ਤੁਸੀਂ ਮੈਨੂੰ ਅੱਜ ਆਪਣੇ ਵਿੱਚ ਬੋਲਣ ਦਾ ਮੌਕਾ ਦਿੱਤਾ। ਤੁਹਾਡਾ ਧੰਨਵਾਦ ਕਰਦਾ ਹੋਇਆ ਮੈਂ ਗੱਜ ਕੇ ਬੁਲਾਣਾ ਫਤਿਹ ਤੁਹਾਡੇ ਚਰਨਾਂ ਦੇ ਵਿੱਚ। ਜੈ ਭੀਮ, ਜੈ ਭਾਰਤ, ਜੈ ਭਾਰਤ। ਮੈਂ ਬੈਠਾ ਚਰਚਾ ਕਰ ਰਿਹਾ ਸੀ ਕਿ ਤੁਸੀਂ ਮੈਨੂੰ ਅੱਜ ਵਿਸ਼ਾ ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਸੰਘਰਸ਼ ਤੇ ਬਹੁਜਨ ਸਮਾਜ ਨੂੰ ਦੇਣ। ਮੇਰੇ ਤੋਂ ਤੁਸੀਂ ਬਹੁਤ ਵੱਡੀ ਐਕਸਪੈਕਟੇਸ਼ਨ ਅਵੇਅਰਨੈਸ ਫੋਰਮ ਦੇ ਸਾਥੀਆਂ ਨੇ ਕੀਤੀ ਹੈ ਔਰ ਮੈਂ ਉਮੀਦ ਕਰੂੰਗਾ ਕਿ ਆने वाले 1 घंटे ਦੇ ਵਿੱਚ ਮੈਂ ਉਸ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਤੇ ਮੈਂ ਨਾਲ ਬੇਨਤੀ ਇਹ ਕਰੂੰਗਾ ਕਿ ਮੈਂ ਵੀ ਆਪਣਾ ਫੋਨ 에ਅਰਪਲੇਨ ਮੋਡ ਤੇ ਲਾਇਆ, ਤੁਸੀਂ ਵੀ ਕੋਸ਼ਿਸ਼ ਕਰੋ ਜੇ ਕਿਸੇ ਦਾ ਸਾਇਲੈਂਟ ਤੇ ਲੱਗ ਜਾਏ। ਸਾਹਿਬ ਕਾਂਸ਼ੀ ਰਾਮ ਦਾ ਜੀਵਨ ਸੰਘਰਸ਼ ਤਾਂ ਹੋਇਆ ਜਿਹੜਾ ਹੋਇਆ, ਉਹ ਤੁਸੀਂ ਮੇਰੇ ਤੋਂ ਵੱਧ ਜਾਣਦੇ। ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹਨਾ, ਜੇ ਕਾਂਸ਼ੀ ਰਾਮ ਸਾਹਿਬ ਨਾ ਹੁੰਦਾ ਤਾਂ ਕੀ ਹੁੰਦਾ? ਜੇ ਮਾਨਯਵਰ ਕਾਂਸ਼ੀ ਰਾਮ ਸਾਹਿਬ ਨਾ ਹੁੰਦਾ ਤਾਂ ਫਿਰ ਕੀ ਹੁੰਦਾ? ਸੰਘਰਸ਼ ਉਹਨਾਂ ਦਾ ਜੀਵਨ ਆਪਾਂ ਥੋੜੀ ਦੇਰ ਬਾਅਦ ਚਰਚਾ ਕਰਾਂਗੇ। ਕਿਆ ਬਾਬਾ ਸਾਹਿਬ ਤੁਹਾਡੀਆਂ ਘਰਾਂ ਦੀਆਂ ਕੰਧਾਂ ਤੇ ਹੁੰਦੇ? ਕਿਆ ਜੋਤੀਰਾਓ ਫੂਲੇ ਤੁਹਾਡੀਆਂ ਘਰਾਂ ਦੀਆਂ ਕੰਧਾਂ ਤੇ ਹੁੰਦੇ ਜੇ ਕਾਂਸ਼ੀ ਰਾਮ ਨਾ ਹੁੰਦਾ? ਜੇ ਕਾਂਸ਼ੀ ਰਾਮ ਨਾ ਹੁੰਦਾ, ਕਲਪਨਾ ਕਰੋ ਆਪਣੇ ਦਾਦੇ ਦੇ ਵੇਲੇ ਦੀ, ਕਿਉਂਕਿ ਉਸ ਵੇਲੇ ਸਾਡੇ ਦਾਦੇ ਜਿਉਂਦੇ ਸੀ। ਤੁਸੀਂ ਮੇਰੇ ਤੋਂ ਮੇਰੇ ਬਾਪ ਦੀ ਉਮਰ ਦੇ ਹੋ ਤੇ ਤੁਹਾਡੇ ਪੇਰੈਂਟਸ ਜੀਂਦੇ ਸੀ, ਅੱਜ ਵੀ ਬਹੁਤ ਸਾਰਿਆਂ ਦੇ ਜੀਂਦੇ। ਰਾਜਨੀਤਿਕ ਸੱਤਾ ਦੇ ਨਾਂ ਦੇ ਉੱਤੇ ਸਾਡੇ ਕੋਲ ਕੀ ਹੁੰਦਾ ਜੇ ਕਾਂਸ਼ੀ ਰਾਮ ਸਾਹਿਬ ਨਾ ਹੁੰਦਾ? ਜਿਸ ਵੇਲੇ ਤੱਕ ਕਾਂਸ਼ੀ ਰਾਮ ਸਾਹਿਬ ਸਾਡੇ ਵਿੱਚ ਨਹੀਂ ਸੀ, ਬਸਤੀ ਦੇ ਜੰਜ ਘਰ ਦੇ ਲਈ ਪੂਰੀ ਦੀ ਪੂਰੀ ਬਸਤੀ ਮੂਹਰਾਂ ਲਾਣ ਜਾਂਦੀ ਸੀ, ਠੱਪੇ ਲਾਣ ਜਾਂਦੀ ਸੀ। ਜਿੰਨਾ ਚਿਰ ਸਾਹਿਬ ਕਾਂਸ਼ੀ ਰਾਮ ਨਹੀਂ ਸੀ, ਮੈਂ ਦੁਆਬੇ ਦੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਪੂਰੇ ਭਾਰਤ ਦੀ ਗੱਲ ਕਰਦਾ, ਬੇਗਮਪੁਰਾ ਸ਼ਬਦ ਗ੍ਰੰਥਾਂ ਔਰ ਕਿਤਾਬਾਂ ਦੇ ਵਰਕਿਆਂ ਵਿੱਚ ਬੰਦ ਹੋ। ਜੇ ਕਾਂਸ਼ੀ ਰਾਮ ਸਾਹਿਬ ਨਾ ਹੁੰਦਾ, ਤੁਹਾਡੇ ਫਗਵਾੜੇ ਦੇ ਬੱਸ ਅੱਡੇ ਦਾ ਨਾਂ ਵੀ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਦੇ ਉੱਤੇ ਨਹੀਂ ਹੁੰਦਾ। ਜੇ ਕਾਂਸ਼ੀ ਰਾਮ ਤੁਸੀਂ ਨਹੀਂ ਲਗਵਾਇਆ। ਜੇ ਕਾਂਸ਼ੀ ਰਾਮ ਸਾਹਿਬ ਦੀ ਮੂਵਮੈਂਟ ਨਾ ਹੁੰਦੀ, ਅੱਜ ਤੱਕ ਤੁਹਾਨੂੰ ਇਹ ਪਤਾ ਨਾ ਲੱਗਦਾ ਕਿ ਬੈਕਲੌਗ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਪਤਾ ਨਾ ਲੱਗਦਾ ਤੁਹਾਨੂੰ। ਨਹੀਂ 1980 ਦੇ ਵਿੱਚ ਜਿਹੜੇ ਪੁਰਾਣੇ ਸਾਥੀ ਆ, ਉਹਨਾਂ ਕੋਲੋਂ ਪੁਰਾਣੇ ਸ਼ਬਦ ਪੁੱਛ ਲਓ। ਕਾਂਸ਼ੀ ਰਾਮ ਨੇ ਇਹ ਕੰਮ ਕਿਉਂ ਕੀਤੇ? ਅੱਜ ਜੇ ਤੁਸੀਂ ਏਸੀ ਹਾਲ ਦੇ ਵਿੱਚ ਬੈਠੇ ਆ, ਇਹ ਵੀ ਜੁਰਤ ਜੇ ਪੈਦਾ ਕੀਤੀ ਆ, ਇਹ ਕਾਂਸ਼ੀ ਰਾਮ ਦੀ ਦੇਣ ਹੈ। ਇਹ ਕਾਂਸ਼ੀ ਰਾਮ ਦੀ ਦੇਣ। ਅੱਜ ਜੇ ਤੁਸੀਂ ਆਪਣੇ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਧਮਕੀ ਮਾਰਨ ਤੱਕ ਜਾਂਦੇ ਹੋ, ਆਪਣੇ ਡਿਪਾਰਟਮੈਂਟ ਦੇ ਸੈਕਟਰੀ ਨੂੰ ਧਮਕੀ ਮਾਰਨ ਤੱਕ ਜਾਂਦੇ ਹੋ, ਇਹ ਤੁਹਾਡੇ 'ਚ ਜੁਰਤ ਪੈਦਾ ਨਾ ਹੁੰਦੀ ਜੇ ਕਾਂਸ਼ੀ ਰਾਮ ਨਾ ਹੁੰਦਾ। ਨਹੀਂ ਪੈਦਾ ਹੁੰਦੀ ਜੇ ਉਹ ਨਾ ਹੁੰਦਾ। ਕਾਂਸ਼ੀ ਰਾਮ ਨੇ ਕੰਮ ਕਿਉਂ ਕੀਤੇ? ਜੇ ਆਪਾਂ ਇੱਥੇ ਆਈਏ, ਜਿਹਦੇ ਮਨ ਵਿੱਚ ਇਹ ਪੈਦਾ ਹੋ ਗਿਆ, ਜਿਸ ਵੀ ਇਨਸਾਨ ਦੇ ਅੰਦਰ, ਜਿਹੜੀ ਮੇਰੀ ਗੱਲ ਸੁਣ ਰਹੇ ਆ, ਜਿਹਦੇ ਮਨ ਅੰਦਰ ਇਹ ਕਲਪਨਾ ਪੈਦਾ ਹੋ ਗਈ ਕਿ ਸੱਚੀ ਮੁੱਚੀ ਜੇ ਕਾਂਸ਼ੀ ਰਾਮ ਨਾ ਹੁੰਦਾ ਤੇ ਮੈਂ ਗਲੀ ਦਾ ਛਿੰਦਾ ਹੁੰਦਾ, ਗਲੀ ਦਾ ਸ਼ੀਰਾ ਹੁੰਦਾ, ਗਲੀ ਦਾ ਬਿੰਦੂ ਹੁੰਦਾ ਤੇ ਗਲੀ ਦਾ ਮਾਸਟਰ ਜੀ ਨਾ ਹੁੰਦਾ,
गली का डॉक्टर जी ना होंदा। मैं गल दसूंगा थानू अपनी कहानी दे विच, जे मैनू याद रह गई कि कांशी राम दे संघर्ष चों किद्दां प्रोडक्ट पैदा होया। कांशी राम पैदा क्यों होया, कांशी राम नू कांशी राम साहब क्यों बनना पिया। वो कहानी करनल शंकर सिंह जी थोड़े विच रख गए। मैं उस कहानी नू रिपीट करने के चक्कर च नहीं जाता। बाबा साहब अंबेडकर ये गल कहते आ कि मैनू कोई नज़र नहीं आता जिहड़ा मेरे कारवां नू धू के मंजिल ते लै जाए। मैं कौमियां विच बंद गल्लां नहीं कह सकदा, उन्हां गल्लां दे भावार्थ कह सकदा, क्योंकि मैं कोई विद्वान नहीं है। मैनू कर्नल शंकर जी सिंह वालू कौमियां च बंद गल्लां PhD स्कॉलर लिख लेंदे आ। बाबा साहब अंबेडकर अपने जिउंदे जी पिटदे आ, अपने पीए नू कहंदे आ कि नानक चंद मैनू कोई नज़र नहीं आता कि मेरी मूवमेंट नू तू के ले जाए, जिहड़ा मंजिले मकसूद ते पजा दे, जिहड़ा सत्ता दा मंदिर पार्लीमेंट है उहदे उत्ते मेरा नीला झंडा गड़ दे। मैनू कोई नज़र नहीं आता। कहता नानक चंद इन्हां लोकां नूं दसी मेरे मरण तो बाद कि जेड़ा मैं गड्डी इत्थे तक खिंच के लिआया, जिहड़ी मैं तू पा के लिआया, ये मैं अंतां दे दुख और तकलीफां सह के इत्थे तक लैके आया। दसी मेरे लोकां नूं। ते वो गल्लां दसियां किसे ने कांशी राम नूं, वो गल्लां दसियां कांशी राम नूं। वो किसी रूप दे विचों नानक चंद तू उत्थे खड़ गया होवे, चाहे वो दीना भाना सी चाहे कोई होर सी। 34 विच एक मनुख पैदा होया, 64 दे विच 30 साल दा गब्बरू जवान 6 फुटा आदमी गोरा चिट्टा जिहदे मगर राज कपूर घुमदा हुंदा सी कि कांशी राम मेरे नाल फिल्मां दे विच एक वारी आ जा, आपां धर्मिंदर नूं फेल करदे आ, क्योंकि राजपूर दी और धर्मिंदर दी बड़ी लड़ाई सी। ते किते गौरमेंट कॉलेज रोपड़ वेले दा ही उन्हां दा संपर्क राज कपूर दा कांशी राम साहब दे नाल सी। और कांशी राम साहब दे खाने 30 साल दा गब्बरू जवान गोरा चिट्टा अंग्रेजां वर्गा, कर्नल शंकर सिंह दा रंग भी उन्हां दे सामने काला, इन्ने गोरे चिट्टे। 2001 दे विच मैनूं चरनां विच बैठण दा मौका मिलिया, जिद्दां डॉक्टर नूप जी बैठे तां मैं पैरां 'च बैठा होऊंगा। ते मैं सोचदा हुंदा सी गुरदास मान दे पैर बड़े चिट्टे आ, पर कांशी राम साहब दे पैर देखे ओह जिद्दां किते स्वर्ग विच बैठे, किते उन्हां दे चरण इदां दे लगदे, इन्ने गोरे चिट्टे। और जदों ओहदे खाने पईयां और साडे खाने पईयां दोहां च अंतर है। कांशी राम ने भी अंबेडकर सुनिया, बाबा साहब की लहर सुनी, असीं भी बाबा साहब नूं सुनिया, लेकिन साडे अमल करन दे विच और कांशी राम साहब दे अमल करन दे विच बड़ा फर्क। जे असीं उदां अमल कीता हुंदा तां अज विशा असीं भी इदां रखिया हो सकदा सीगा। साहब श्री डॉक्टर नूप सिंह जी का जीवन संघर्ष, साहब श्री कर्नल शंकर सिंह जी का जीवन संघर्ष लिखिया हो सकता सी। उन्होंने किद्दां अमल किया, जदों उन्होंने पढ़िया, उन्होंने सुनिया, उन्होंने बाचिया। आ फगवाड़े की धरती ते जात पात का बीज नाश, इस किताब ते हज़ारां स्टूडेंटां ने टैसट देता होना, तुसीं भी बड़े सेंटर बना के किताबां दे टैसट दवाए होने हैं। मैं दावे नाल कहना कदे जात पात बीज नाश ते चाचा रख लियो किताब दे उत्ते, तुसीं सारा फगवाड़ा बोलियो ते मैं कल्ला मैं बोलूंगा। मैनूं भी तुहाडे वर्गे साथियों ने सिखाया, मैं कोई जम के सिक्ख्या होया नहीं आया। मैं भी शंकर सिंह वर्गे दे सीनियर बंदियां दे मास्टर परमजीत तुहाडे वर्गियां दे चरनां विच बैठिया गल्लां सुनियां सी, और वो गल्लां उस तरीके नाल सुनियां सिक्खियां जिस तरीके नाल कांशी राम साहब सोचदे सी। वो कहंदे नहीं, साडा तां युद्ध है जात पात दा, इस देश विच खात्मा कर, देश विच जात पात खत्म होवे
बाबा साहब अंबेडकर ने 1935 में सुपना लिया, लेके चले गए और कांशी राम का सुपना कि बाबा साहब अंबेडकर का 1935 में लिया सुपना 2035 में कांशी राम पूरा कर दिया। युद्ध इतों शुरू होगा, कांशी राम का युद्ध इतों शुरू होगा कि 2035 तक मैं इस लड़ाई नूं, जेड़ी लड़ाई महाराजा अशोक तो खत्म नहीं हुई, वो लड़ाई कांशी राम खत्म करेगा। जात एनहिलेशन ऑफ कास्ट, जात पात का बीज। और कांशी राम साहब ने जदों देखिया कि बाबा साहब अंबेडकर की गल कौन करता, तो उन्होंने हाथ रिपब्लिकन पार्टी ऑफ इंडिया लगे, ते वो भी काम करते सी, ते कांशी राम भी रिपब्लिकन पार्टी ऑफ इंडिया च लग गया। ते कांशी राम ने 1964 तो लैके 1971 तक आरपीआई दे विच वर्क किया, बड़े तरीके नाल किया, पिछे रह के किया, सपोर्ट दे के करवाया सपोर्ट दे के। कांशी राम कहंदा आरपीआई दे एमपी नहीं सी जितदे हुंदे, कहंदा असी कोई डेडिकेटेड वर्कर पढ़िया, अज तो बाद समाज दा एमपी तू, एमपी दी तनख्वाह तैनूं असी मुलाजम जेब चों देंगे, जिद्दां दी एमपी नूं गड्डी है तैनूं दवांगे, जिद्दां दा एमपी नूं दिल्ली बंगला उदां दा तैनूं लैके देंगे। दित्ता कांशी राम ने, तू दिल्ली वाले काम कराउणे आ समाज दे। कांशी राम ने बिना जित तो एमएलए खड़े कीते पूना दे अंदर कि तू एमएलए साडा पूने दा, महाराष्ट्र दे विच बंबे दे जिन्ने काम राजधानी दे होणगे इन्हां लोकां दे तू कराणे आ। जिहड़ी एमएलए नूं गड्डी दऊगा मिलदी आ, कांशी राम तैनूं वो दिंदा। कांशी राम दा संगठन जिद्दां तुसीं अवेयरनेस फोरम बनाई आ, कांशी राम साहब ने भी कर्मचारी संघ इदां दा बनाया सी, एससी एसटी ओबीसी एंड माइनॉरिटी कम्युनिटी कर्मचारी संघ, कर्मचारी वेलफेयर कल्याण संघ, कर्मचारी कल्याण संघ 1971। मेरे हाथ एक परचा आया परसों ही, किसी वो परचे अज भी मेरे को 1971 का मेरे हाथ आया, जिते प्रधान कांशी राम। और कांशी राम ने बिना जित तो एमएलए खड़े किए कि समाज का काम होवे। कांशी राम नूं अंबेडकर नूं पढ़न तो बाद लगन लगी और आपां मुकाबला करिए अपना कांशी राम साहब दे नाल कि कांशी राम किथे ते असीं किथे। ते जे आपां कांशी राम नूं मनदे आ, सुनना चाहुंदे आ, तां जे साडे अंदर उदां दी चाहत पैदा हो जांदी आ तां तुहाडा अज दा प्रोग्राम सफल प्रोग्राम, मेरा बोलिया तुहाडा सुनिया सफल। और कांशी राम साहब ने आरपीआई भी छड्डी। आरपीआई और पंजाब अज दा एक बराबर हालात सी, 1971 2016 एक बराबर हालात सी। 1971 च रिपब्लिकन पार्टी ऑफ इंडिया जिहड़ी बाबा साहब अंबेडकर दी ड्राफ्ट की हुई पार्टी सी, वो लोग की कहंदे सी महाराष्ट्र दे जित नहीं सकते, कल्ले नहीं जित सकते या कल्ले नहीं जित सकते, समझौता करना पऊगा। कांशी राम मराठी दे विच इहनूं जुत्ती झाड़ी शब्द वरतदे वे, समझौता करना पैना, जुत्ती मराठी दा समझौता। ते रिपब्लिकन पार्टी दे सियाणे बंदे सूझवान बंदे उस वेले बीबी नूं मिलण गए, कांग्रेस दी इंदिरा गांधी, और जदों मिलण गए तो 5-7-10 बंदे दफ्तर के बाद बैद भरजाई पीए आया, हाँ जी कहता जी आरपीआई दे आ, महाराष्ट्र तो आए हैं बीबी नूं मिलना। वो कहते काम दसो, बीबी तो मिल नहीं सकती, तुसीं टाइम लैके आउंदे, कहते समझौता करना। अच्छा वो क्यों करना? कहते जी बाबा साहब अंबेडकर ते बापू महात्मा गांधी, बाबा ते बापू जिन्ना चिर जिउंदे रहे लड़ते रहे, असीं सोचिया कि इन्हां दी लड़ाई मरण तो बाद खत्म कर दी। कहते ठीक है, की चाहुंदे हो? कहंदा 521 सीटां मैंबर पार्लीमेंट दियां देश दे विच है, 421 तुसीं लड़ लो, 100 सीटां आरपीआई नूं छड्ड दिओ। वो कहंदे ठीक है जी, बीबी ने आ जाना आ, तुहाडी डिमांड तुहाडी लिख लई आ, डिस्कस करांगे ते बुलावांगे। 15-20 दिन महीना कोई स्नेहा नहीं, कोई मैसेज नहीं। आरपीआई वाले फिर इकट्ठे होके गए, वो फिर पंडित जी बैठा आ, उरा कित्थे मूंह चुक्किआ है, क्योंकि जेड़े साडे वाले जदों साडे वाला चौना जिहड़ा जदों ये जांदा दूजे दे द्वारे ते सरदार जी और पंडित जी इन्हां नूं औकात दिखाई जांदी, औकात दिखाई जांदी आ।
ਉਹ ਕਹਿੰਦੇ ਕਿੱਥੇ ਨੂੰ ਮੂੰਹ ਚੱਕਿਆ? ਕਹਿੰਦੇ ਜੀ ਮਹਾਰਾਜ ਪਿਛਲੀ ਵਾਰੀ ਆਏ ਸੀ। ਕਹਿੰਦੇ ਕੌਣ ਹੈ ਤੁਸੀਂ? ਕਹਿੰਦੇ ਜੀ ਆਰਪੀਆਈ ਵਾਲੇ, ਸਮਝੌਤਾ ਕਰਨ ਆਏ ਆ। ਅੱਛਾ ਅੱਛਾ ਅੱਛਾ, ਆ ਜਾਓ ਬੈਠੋ। ਕੀ ਸਮਝੌਤਾ? ਕਹਿੰਦੇ ਜੀ ਪਿਛਲੀ ਵਾਰ ਦੱਸ ਕੇ ਗਏ ਸੀ ਕਿ ਦੂਜਾ ਨਾਲ ਦਾ ਹੁੱਜਾ ਮਾਰਦਾ। ਕਹਿੰਦੇ 100 ਸੀਟਾਂ ਤੇ ਤਾਂ ਬੁਲਾਇਆ ਨਹੀਂ, ਘਟਾ ਕੇ 50 ਕਰ ਲਓ। ਕਹਿੰਦੇ 521 ਦੇਸ਼ ਦੀਆਂ ਸੀਟਾਂ ਨੇ ਮੈਂਬਰ ਪਾਰਲੀਮੈਂਟ ਦੀਆਂ, 50 ਸਾਨੂੰ ਦੇ ਦਿਓ, ਬਾਕੀ ਤੁਸੀਂ ਲੜ ਲਓ। ਉਹ ਕਹਿੰਦੇ ਠੀਕ ਹੈ, ਬੀਬੀ ਨੂੰ ਮੈਂ ਦੱਸੂਗਾ ਤੇ ਤੁਸੀਂ ਫੇਰ ਆਇਓ। ਉਹ ਮਹੀਨੇ ਬਾਅਦ ਫੇਰ ਗਏ। ਉਹ ਕਹਿੰਦੇ ਉਹਦਾ ਕਿੱਥੇ ਮੂੰਹ ਚੱਕਿਆ ਆ? ਜਲੀਲ ਕਰਨ ਤੋਂ ਬਾਅਦ 100 ਦੀਆਂ 50 ਬਣੀਆਂ, 50 ਦੀਆਂ 21 ਬਣੀਆਂ, 21 ਦੇ ਬਾਅਦ ਕਹਿੰਦੇ ਜੀ ਜੋ ਦੇਣਾ ਦੇ ਦਿਓ, ਸਮਝੌਤਾ ਜ਼ਰੂਰ ਕਰਨਾ, ਸਮਝੌਤਾ ਜ਼ਰੂਰ ਕਰਨਾ। ਔਰ ਕਾਂਸ਼ੀ ਰਾਮ 30 ਸਾਲ ਦਾ ਮੁੰਡਾ, ਉਹ ਵੀ ਦੇਖਦਾ ਹੁੰਦਾ ਸੀ, ਬਚਦਾ ਹੁੰਦਾ ਸੀ ਇਹ ਕੀ ਹੋ ਰਿਹਾ। ਪੂਨੇ ਦੀ ਗਾਡਗੇ ਧਰਮਸ਼ਾਲਾ ਦੇ ਵਿੱਚ ਸਮਝੌਤਾ ਹੋਇਆ, ਕਾਂਗਰਸ ਦੇ ਨੁਮਾਇੰਦੇ ਆਏ, ਆਰਪੀਆਈ ਦੇ ਵੱਡੇ ਲੀਡਰ ਬੈਠੇ ਧਰਮਸ਼ਾਲਾ ਦੇ ਅੰਦਰ। ਇਦਾਂ ਦੀ ਉਸ ਵੇਲੇ ਇਦਾਂ ਦੀਆਂ ਨੂੰ ਵੀ ਧਰਮਸ਼ਾਲਾ ਹੀ ਕਹਿੰਦੇ ਸੀ। ਧਰਮਸ਼ਾਲਾ ਜਦੋਂ ਸਮਝੌਤਾ ਹੋਇਆ ਤੇ ਬਾਹਾਂ ਪਾ ਕੇ ਇਦਾਂ ਕੈਮਰੇ ਲੱਗੇ, ਉਹ ਫੋਟੋਆਂ ਖਿੱਚਣ ਡਏ ਆ। ਕਾਂਸ਼ੀ ਰਾਮ ਪੁੱਛਦਾ, ਕਹਿੰਦਾ ਗੱਲ ਸੁਣੋ, ਪਹਿਲਾਂ ਮੈਨੂੰ ਦੱਸ ਤਾਂ ਦਿਓ ਸਮਝੌਤਾ ਕੀ ਹੋਇਆ। ਕਹਿੰਦੇ ਬਾਅਦ ਚ ਦੱਸਦੇ, ਪਹਿਲਾਂ ਫੋਟੋਆਂ ਕਰਾ ਲਈ। ਹੱਥਾਂ 'ਚ ਹੱਥ ਪਾ ਕੇ ਬਾਹਰ ਨਿਕਲੇ ਤੇ ਸਮਝੌਤੇ ਦਾ ਐਲਾਨ ਹੋਇਆ ਕਿ ਕਾਂਗਰਸ ਦਾ ਔਰ ਆਰਪੀਆਈ ਦਾ ਸਮਝੌਤਾ ਹੋ ਗਿਆ। ਸਮਝੌਤੇ ਦਾ ਨਾਂ ਰੱਖਿਆ ਗਿਆ ਗਾਂਧੀ ਬਨਾਮ ਅੰਬੇਡਕਰ ਸਮਝੌਤਾ। ਉਹ ਕਹਿੰਦੇ ਤਾੜੀਆਂ ਮਾਰੀਆਂ ਸਾਰਿਆਂ ਨੇ ਵੀ ਗਾਂਧੀ ਔਰ ਅੰਬੇਡਕਰ ਸਾਰੀ ਉਮਰ ਲੜਦੇ ਰਹੇ, ਅਸੀਂ ਸਮਝੌਤਾ ਕਰਾਤਾ। ਤੇ ਕਾਂਸ਼ੀ ਰਾਮ ਮੁੜ ਮੁੜ ਕੇ ਕੱਪੜੇ ਖਿੱਚੇ, ਕਹਿੰਦਾ ਮੈਨੂੰ ਦੱਸਤਾ ਦੋ ਸਮਝੌਤਾ ਕੀ ਕੀਤਾ। ਉਹ ਕਹਿੰਦੇ ਤੂੰ ਕਾਕਾ ਬਹੁਤ ਗਰਮ ਹੈ, ਤੇਰੀ ਹਲੇ ਚੜ੍ਹਦੀ ਜਵਾਨੀ, ਤਾਂ ਸਬਰ ਕਰ, ਇਦਾਂ ਦੇ ਕੰਮ ਕਾਲੀ ਨਹੀਂ ਕਰੀਦੀ, ਬੈਠ ਜਰਾ। ਐਲਾਨ ਹੁੰਦਾ ਆ, ਐਲਾਨ ਹੋਇਆ 520 ਸੀਟਾਂ ਪੂਰੇ ਦੇਸ਼ ਦੀਆਂ ਕਾਂਗਰਸ ਲੜੇਗੀ, ਗਾਂਧੀ 520 ਸੀਟਾਂ ਗਾਂਧੀ ਲੜੇਗਾ, 1 ਸੀਟ ਅੰਬੇਡਕਰ ਲੜੇਗਾ। ਇਹ ਸਮਝੌਤਾ ਹੋਇਆ। ਅੱਜ ਪੰਜਾਬ ਦੇ ਲੋਕ ਵੀ ਇਦਾਂ ਦਾ ਹੀ ਚਾਹੁੰਦੇ ਆ। ਜੇ ਆਪਾਂ ਉਸ ਸਮੇਂ ਨੂੰ ਔਰ ਅੱਜ ਦੇ ਸਮੇਂ ਨੂੰ ਕੰਪੈਰੀਜ਼ਨ ਕਰੀਏ, ਅੱਜ ਪੰਜਾਬ ਦੇ ਲੋਕ ਕਹਿੰਦੇ 117 ਸੀਟਾਂ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾਈ ਆ, ਇਹਨਾਂ ਨੂੰ 2-4 ਲੈ ਕੇ 5-7 10 ਲੈ ਕੇ ਸਮਝੌਤਾ ਕਰਨਾ ਚਾਹੀਦਾ। ਜਦੋਂ ਤੁਸੀਂ 2-4 5-7 10 ਸੋਚ ਕੇ ਜਾਓਗੇ, 117 ਚੋਂ ਮਿਲਣੀਆਂ ਕਿੰਨੀਆਂ? ਉਹ 100 ਸੋਚ ਕੇ ਗਏ ਸੀ ਆਰਪੀਆਈ ਵਾਲੇ, 1 ਮਿਲੀ ਤੇ ਕਾਂਸ਼ੀ ਰਾਮ ਜੰਮਿਆ ਉਸ ਇੱਕ ਚੋਂ। ਕਾਂਸ਼ੀ ਰਾਮ ਸਾਹਿਬ ਕਹਿੰਦਾ ਲੱਖ ਲਾਹਨਤ ਹੈ ਇਹਨਾਂ ਦੇ। ਉਹਨ ਸਮਝਾਇਆ ਉਹਨਾਂ ਨੂੰ, ਕਹਿੰਦਾ ਸਮਝੌਤਾ ਨਾ ਕਰੋ, ਸਮਝੌਤੇ ਦੀ ਸਾਨੂੰ ਲੋੜ ਨਹੀਂ, ਅਸੀਂ ਜਿੱਤੀਏ ਚਾਹੇ ਅਸੀਂ ਹਾਰੀਏ, ਅਸੀਂ ਪੂਰੇ ਦੇਸ਼ 'ਚ ਕੈਂਡੀਡੇਟ ਖੜਾ ਕਰਾਂਗੇ। ਉਹ ਕਹਿੰਦੇ ਕਾਕਾ ਗੱਲ ਸੁਣ, ਤੇਰਾ ਖੂਨ ਬੜਾ ਗਰਮ ਹੈ, ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਕਿ ਰਾਜਨੀਤੀ ਕਿਆ ਹੁੰਦੀ ਹੈ। ਸਾਨੂੰ ਪਤਾ ਜਿਨ੍ਹਾਂ ਨੇ ਉਮਰਾਂ ਗਾਲਤੀਆਂ ਰਾਜਨੀਤੀ ਕਿਆ ਹੁੰਦੀ ਆ। ਕਾਂਸ਼ੀ ਰਾਮ ਕਹਿੰਦਾ ਉਮਰ ਮੇਰੀ ਘੱਟ ਹੈ, ਮੈਨੂੰ ਰਾਜਨੀਤੀ ਦੀ ਸਮਝ ਤੁਹਾਡੇ ਨਾਲੋਂ ਘੱਟ ਹੋ ਸਕਦੀ ਆ, ਪਰ ਮੈਨੂੰ ਇਸ ਗੱਲ ਦੀ ਸਮਝ ਪੱਕੀ ਆ, ਜਿਹੜਾ ਕੰਮ ਤੁਸੀਂ ਕੀਤਾ ਇਹ ਬਾਬਾ ਸਾਹਿਬ ਅੰਬੇਡਕਰ ਤੋਂ ਉਲਟ ਕੀਤਾ, ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਤੋਂ ਉਲਟ ਕੀਤਾ। ਅੱਜ ਵੀ ਜਿਹੜਾ ਪੰਜਾਬ ਦੇ ਲੋਕ ਸਮਝੌਤਾ ਬੋਲਦੇ ਆ, ਉਹ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਤੋਂ ਉਲਟ ਬੋਲਦੇ ਆ। ਕਾਂਸ਼ੀ ਰਾਮ ਸਾਹਿਬ ਕਹਿੰਦੇ ਕਿਉਂ ਚਾਹੀਦਾ ਸਮਝੌਤਾ ਤੁਹਾਨੂੰ? ਉਹ ਕਹਿੰਦੇ ਦੇਖ ਕਾਂਸ਼ੀ ਰਾਮ, ਸਾਡਾ ਜੇ 1 ਮੈਂਬਰ ਪਾਰਲੀਮੈਂਟ ਜਿੱਤੂਗਾ, ਅਸੀਂ 1 ਹਲਕੇ ਦੇ ਵਿੱਚ ਅੰਬੇਡਕਰ ਦੇ ਬੁੱਤ ਲਾਵਾਂਗੇ, ਅੰਬੇਡਕਰ ਸਾਹਿਬ ਦੇ ਨਾਂ ਤੇ ਲਾਇਬ੍ਰੇਰੀਆਂ ਬਣਾਵਾਂਗੇ, ਦੇਖ ਕਿੱਦਾਂ ਗੱਲ ਫੈਲੂਗੀ। ਅਗਲੀ ਵਾਰ ਅਸੀਂ 5 ਸਾਲਾਂ ਬਾਅਦ 5 ਸੀਟਾਂ ਲੜਾਂਗੇ, ਸਾਡੀ 5 ਹਲਕਿਆਂ 'ਚ ਗੱਲ ਫੈਲੂਗੀ। ਅਗਲੇ 5 ਸਾਲਾਂ ਬਾਅਦ ਅਸੀਂ 10 MP ਜਿੱਤਾਂਗੇ, ਫਿਰ 25 ਜਿੱਤਾਂਗੇ। ਅੱਜ ਵੀ ਸਾਡਾ ਪੰਜਾਬ ਵਾਲਾ ਇੱਦਾਂ ਬੋਲਦਾ, ਸਾਡੇ ਪੰਜਾਬ ਵਾਲੇ ਵੀ ਅੱਜ ਇੱਦਾਂ ਬੋਲਦੇ ਆ। ਉਸ ਸਮੇਂ ਨੂੰ ਅੱਜ ਦੇ ਸਮੇਂ ਨੂੰ ਮੈਂ ਨਾਲ ਦੀ ਨਾਲ ਤੁਹਾਨੂੰ ਦੇਣ ਦੱਸੀ ਜਾਣੀ ਆ ਇੰਜੀਨੀਅਰ ਸਾਹਿਬ, ਵੀ ਦੇਣ ਕਿਆ ਸਮਾਜ ਨੂੰ। ਔਰ ਅੱਜ ਦਾ ਸਾਡਾ ਸਮਾਜ ਕੀ ਕਹਿੰਦਾ? ਦੇਖੋ ਬੀਜੇਪੀ ਵਾਲਿਆਂ ਵੱਲ, ਇਹਨਾਂ ਨੇ ਪਹਿਲਾਂ 20 ਲਈਆਂ ਸੀ, ਫਿਰ 19 ਜਿੱਤੇ, ਫਿਰ 22 ਲਈਆਂ, ਹੁਣ 25 30 35 ਲੈਣ ਨੂੰ ਖੜੇ ਆ। ਦੇਖੋ ਪੂਰੇ ਦੇਸ਼ ਸਰਕਾਰ ਬਣਾ ਲਈ। ਉਹੀ ਗੱਲ ਜਿਹੜੀ 1971 ਚ ਜਿੱਥੋਂ ਕਾਂਸ਼ੀ ਰਾਮ ਸ਼ੁਰੂ ਹੋਇਆ ਸੀ, ਉਹੀ ਹਾਲਾਤ ਇਤਿਹਾਸ ਦੁਹਰਾ ਰਿਹਾ ਮੁੜ ਕੇ। ਇਤਿਹਾਸ ਦੇ ਵਿੱਚ ਕਾਂਸ਼ੀ ਰਾਮ ਸਾਹਿਬ ਨੇ ਉਹ ਫੈਸਲਾ ਕੀਤਾ ਸੀ। ਅੱਜ ਇਤਿਹਾਸ ਦੇ ਗਵਾਹ ਤੁਸੀਂ ਆ, ਅੱਜ ਫੈਸਲਾ ਤੁਸੀਂ ਲੈਣਾ ਆ, ਅੱਜ ਤੁਸੀਂ ਫੈਸਲਾ ਲੈਣਾ।
कि की करना चाहिए। काशी राम साहब कहते हैदा नहीं अंबेडकर दे बोता रलाई देरियां बाणियां जिद्दां तुसीं कहने आ पहला एक जितूगा फिर 5 जितूगे फिर साडे 20 जितूगे, नहीं होना इदा। कहते काका कांशी राम तू बहुत न्याणी उम्र है, 30 साल की तो उम्र, तैनू की पता राजनीति का। कांशी राम कहता जे मैनू राजनीति का ने पता हुंदा तो मैं ब्याह करा के बैठा हुंदा MLA की कुड़ी नूं मंगिया है सी। मैं नौकरी नूं ठोकर ना मारदा, मैं छोले खा के गुड़ खा के गुजारा ना करता, मैं साइकिल जिहड़ा जिते चढ़ के सवारी करी दी आ ये जदों पैंचर हुंदा मैं मुंडे ते साइकिल मेरे ते सवारी करता, ये साइकिल भी मेरे ते सवारी ना करता जे मैनू अकल ना हुंदी। कांशी राम तुहाडा फैसला गलत है, इतिहास तुहानू गलत सिद्ध करेगा। और काशी राम ने ऐलान किया चल बई काशी रामा हुण तू अपना घर बना। जिस युग पुरुष नूं बाबा साहब अंबेडकर लभदा सी वे नानक मैनू कोई नजर नहीं आउंदा, वो जम पिया भारत की धरती ते जिहदा विशा रखिया तुसीं। और काशी राम साहब ने 1984 च जाके अपनी राजनीतिक दल खड़ा करता। 1964 1971 का इलेक्शन 1984 च जाके दल खड़ा करता। विचाले क्या किया इस जो विचाले किया समाज नूं सब तो वड्डी देन हो। जे पंजाब दे लोग ये चाहते आ कि पंजाब दी चंडीगढ़ दी विधान सभा दे उत्ते तुहाडा कब्जा होवे तां तुहानू काशी राम साहब दे 1971 तो लैके 1984 तक दे पीरीयड दी नकल मारनी पे। जो काम काशी राम साहब ने 1971 तो लैके 1984 तक कीते ओदी नकल मारनी पे। काशी राम ने क्या किया? काशी राम साहब दियां एक किताब है एन ईरा ऑफ स्टूजिस, अंग्रेजी में लिखी उन्होंने 1981 में छपी सी। एन ईरा ऑफ स्टूजिस चमचा युग, हिंदी पंजाबी अनुवाद, हिंदी अनुवाद मेरे को भी है, तो मेरी अंग्रेजी मेरी इन्नी वधिया नहीं है। जदों तुसीं इस किताब नूं पढ़ोगे पड़चोल करोगे बेदवता दा सिखर नजर आउंदा। धर्म मान नाल कहना मैं धर्म मान नाल आ जिन्ने हॉल च आपां बैठे आ अंबेडकर साहब दे 21 वॉल्यूम पढ़ के जिन्हों इदां इदां होवों मैनू कोई नजर नहीं आउंदा, मैनू कोई नजर नहीं आउंदा। फगवाड़ा अपने आप नूं इह कहंदा कि असीं अंबेडकरवाद दा धुरा खेतर है। एक भी नजर नहीं आउंदा जिन बाबा साहब अंबेडकर नूं गहराई नाल पढ़ के लोकां विच प्रचार शुरू किया। बाबा साहब नूं पढ़ना क्या आया? मेरे वर्गे नकलची राइटर पढ़ना बाबा साहब नूं पढ़ना नहीं है। बाबा साहब नूं पढ़ना बाबा साहब दे वॉल्यूम्स नूं पढ़ना है, उन्हां दी पड़चोल करनी है। काशी राम साहब ने सारे पढ़े सारे पड़चोल किए और अपनी लड़ाई लड़न दा मुंड बन्निया कि मैं लड़ाई किद्दां लड़नी है। काशी राम साहब ने एनालिसिस किया, नहीं मुझे नहीं चाहिए, अब बस बीच में मत आना। अब ये करना जो भी साथी आएंगे वो ऐसे ही बैठ जाएंगे पीछे। ना पीऊंगा ना पीने दूंगा है? काशी राम साहब ने मुंड कित्थों वड्डिया कित्थों शुरू किया? बाबा साहब कहंदे एजुकेटेड पीपल हैव डिसीव्ड मी, मैनू मेरे समाज के पढ़े लिखे लोगों ने धोखा दिता। काशी राम साहब ने एनालिसिस किया कि बाबा साहब इस गल नूं कह के क्यों रोए, बाबा साहब इस गल नूं कह के क्यों रोए।
बाबा साहब ने ऐदा क्यों किया? जिस कौम के अंदर 10 वकील पैदा हो जान, 20 डॉक्टर पैदा हो जान, 30 इंजीनियर पैदा हो जान, वो कौम पछड़ी हुई कौम नहीं रहिंदी। काशीराम साहब ने इस गल का पड़चोल किया और पड़चोल करने तो बाद काशीराम ने यह भी पड़चोल किया कि मैं इस देश दे विच अपने लोगों को हुक्मरान देखना चाहता। जेड़ा सुपना बाबा साहब अंबेडकर ने लिया, जेड़ा सुपना ज्योतिबा राव फूले ने लिया, जेड़ा सुपना छत्रपति शाहू महाराज ने लिया, मैं वो कम मंजिले मकसूद ते अपने जीवन में पहुंचाना चाहना। ज्योतिराव फूले कहते अपनी किताब गुलामगिरी कि सेठ जी और भट्ट जी की व्यवस्था इस देश में खत्म होनी चाहिए। छत्रपति शाहू महाराज ज्योतिराव फूले ने शुरू किए हुए सत्या सोधक समाज के काम के तहत अपनी रियासत में लगे। उन्होंने पढ़े लिखे पैदा किए अपनी रियासत के 50% रिजर्वेशन दे के अपनी रियासत में अपने शासन और प्रशासन च शूदर और अति शूदर लोग पैदा किए। शासन और प्रशासन के अंदर वधिया पोस्टां ते मैं शूदर ते अति शूदर शब्द इस करके वरतिया कि उस वेले शेड्यूल कास्ट, शेड्यूल ट्राइब, ओबीसी वर्ड ये होंद विच नहीं सी। और छत्रपति शाहू महाराज अंबेडकर नूं 1920 दे विच ऐदा कॉन्फ्रेंस करदा 20,000 लोकां दी ते कॉन्फ्रेंस दे विच कहंदा छत्रपति शाहू महाराज, फोटो लाई नहीं इत्थे है नहीं विच, कि बाबा साहब अंबेडकर नूं खड़ा करके, बाबा साहब अंबेडकर 1920 विच 29-30 साल दा मुंडा, छत्रपति शाहू महाराज कहंदे आ कि जो काम मैं 3 ਜ਼ਿਲ੍ਹਿਆਂ विच कीता, उहदी रियासत 3 ਜ਼ਿਲ੍ਹਿਆਂ तक सीमित सी। महाराजा पटियाला, महाराजा नाभा, महाराजा कपूरथला, ये 2-2, 3-3 ਜ਼ਿਲ੍ਹਿਆਂ तक सीमित रियासत। तो रियासत कोल्हापुर भी 3 ਜ਼ਿਲ੍ਹਿਆਂ च कि जो काम मैं 3 ਜ਼ਿਲ੍ਹਿਆਂ विच कीता, मैनू पूर्ण भरोसा आ जिहड़ा मुंडा साडे विच खड़ा आ ये पूरे देश विच करेगा। बाबा साहब अंबेडकर सी और बाबा साहब अंबेडकर कहंदे मैनू कोई नजर नहीं आता। और नाल ही गल कही कि मैनू पढ़े लिखिया ने धोखा दिता। और काशीराम साहब ने देखा कि ये मैं पढ़े लिखिया दे उत्तों सह, जे काशीराम ने यह देखा कि अंबेडकर कला पढ़िया लिखिया सी, पूरे देश के समाज लिए काम कर गया। उन्हें भी देखा कि ये गल्लां मेरे खाने तां पईयां जे मैं पढ़िया लिखिया सी और मैं समाज की मूवमेंट चलाउणी चाहना। जे मेरे वर्गे जेड़े बाबा साहब अंबेडकर की बदौलत भारत की धरती ते पैदा होए आ, मुलाजम पढ़िया लिखिया वर्ग, जे ये भी मेरी तरह लग जाते आ समाज नूं कुछ करन समाज लई, तां मूवमेंट खड़ी हो सकती। और काशीराम साहब ने देखा, पूरा खाका बनाया, कागज 2-4-5 साल काले कीते। 1971-78 च बाम से बनाउंदे, इहदा मतलब विचाले वाले 7 साल वो कागज काले करते रहे, लोकां नूं मिलदे रहे, एनालिसिस करते रहे क्या होना चाहिए। 1978 दे विच उन्होंने मैगजीन कढ़िया द अप्रैस्ड इंडियन, अप्रैस्ड इंडियन, अप्रैस्ड इंडियन दे मैं उन्हां दे संपादकी 1978 तो लैके 1983-84 तक दे उन्होंने संपादकी पढ़े हैं जो काशीराम साहब ने लिखे। वो मूवमेंट किद्दां शुरू हुंदी किद्दां खत्म हुंदी उस उन्हां अप्रैस्ड इंडिया दे विच निचोड़ लिखिया है। 1978 दे विच उन्होंने बहुजन संगठक मैगजीन कढ़िया। डायनामिक दी तुसीं गल करदे सी कि बाबा साहब अंबेडकर दी मूवमेंट बड़ी डायनामिक सी। डायनामिक दा मतलब एकदम चेंज है, गतिशील, गतिशील। नेरी आ गई, नेरी नाल ओले भी पै गए, विच मींह भी पै गया, एकदम हर चीज। बाबा साहब अंबेडकर नूं 1920-21 दे विच अपनी स्टडी कंप्लीट करते हैं। 1920 दे विच ही अखबार शुरू करते हैं, मूक नायक गूंगियां दा अखबार। आ लोग जिन्हां नूं 1920 तक बोलना नहीं सी आउंदा, ये गूंगे समाज का नायक खड़ा किया। 1927 दे विच उन्होंने बहिष्कृत भारत, डायनामिक, गतिशीलता। डायनामिक का मतलब एकदम गति। 1930 दे विच उन्होंने जनता अखबार कढ़िया। 1954-55 के लागे उन्होंने प्रबुद्ध भारत कढ़िया बाबा साहब ने।
और 1936 इंडियन लेबर पार्टी बनाई, 1942 शेड्यूल कास्ट फेडरेशन बनाई, 1955-56 ਦੇ ਵਿੱਚ ਉਹਨਾਂ ਨੇ ਡਰਾਫਟ ਕੀਤੀ ਆਰਪੀਆਈ। ਜਦੋਂ ਆਪਾਂ ਲੜੀ ਜੋੜਦੇ ਆ ਹਰ 2-2 4-4 5-5 ਸਾਲ ਦੇ ਬਾਅਦ ਉਹਨਾਂ ਦੀ ਪਰਿਵਰਤਨਸ਼ੀਲਤਾ ਹੁੰਦੀ ਰਹੀ। ਕਾਸ਼ੀ ਰਾਮ ਸਾਹਿਬ ਨੇ ਪ੍ਰੈਸਟ ਇੰਡੀਅਨ 1978, ਬਹੁਜਨ ਸੰਗਠਕ 1978, ਬਹੁਜਨ ਨਾਇਕ 1978, ਮਰਾਠੀ ਦੇ ਅਖਬਾਰ ਘੱਟੋ ਘੱਟ 8-10-12 ਅਖਬਾਰ ਆ ਪੰਜਾਬੀ ਦੇ ਬਹੁਜਨ ਸੰਦੇਸ਼, ਬਹੁਜਨ ਟਾਈਮ ਕਿੰਨੇ ਚੱਲਦੇ ਕਿਸ ਗੱਲ ਦੇ ਕਿਉਂ ਚਲਾਏ ਉਹਨਾਂ ਨੇ ਕਿ ਜਿਨ੍ਹਾਂ ਤੱਕ ਕੱਖ ਵੀ ਨੌਲੇਜ ਨਹੀਂ ਹੈਗੀ, ਜਿਸ ਸਮਾਜ ਤੱਕ, ਜਿਸ ਸਮਾਜ ਦੇ ਵਿੱਚ ਅਵੇਅਰਨੈਸ ਦੇ ਨਾਂ ਦੇ ਉੱਤੇ ਜ਼ੀਰੋ ਅਵੇਅਰਨੈਸ ਦੇ ਪੇਪਰ ਦੇ ਵਿੱਚ ਜਿਹੜਾ ਸਮਾਜ ਅਵੇਅਰਨੈਸ ਦੇ ਮਾਮਲੇ ਦੇ ਵਿੱਚ ਸਮਾਜ ਅੱਗੇ ਵਧਣੇ ਚਾਹੀਦੇ ਆ। ਸਮਾਜ ਦਾ ਮਤਲਬ ਇਕੱਲੇ ਚਮਾਰ ਨਹੀਂ। ਕਾਸ਼ੀ ਰਾਮ ਨੇ ਜਿਨ੍ਹਾਂ ਦੀ ਗੱਲ ਕੀਤੀ ਉਹਨਾਂ ਦੀ ਮੈਂ ਗਿਣਤੀ ਬੋਲਣ ਲੱਗਾ, ਮਾਸਟਰ ਜੀ ਤੁਸੀਂ ਜੋੜਨੀ ਆ। ਜਿਨ੍ਹਾਂ ਦੀ ਕਾਸ਼ੀ ਰਾਮ ਸਾਹਿਬ ਨੇ ਗੱਲ ਕੀਤੀ, ਸ਼ਡਿਊਲ ਕਾਸਟ ਦੀ ਗੱਲ ਕੀਤੀ, ਉਹਨਾਂ ਦੀ ਆਬਾਦੀ ਦੇਸ਼ ਵਿੱਚ 2011 ਦੀ ਮਰਦਮਸ਼ੁਮਾਰੀ ਕਹਿੰਦੀ ਆ 16.4% ਦੇ ਕਰੀਬ ਹੈ। ਜੋੜਨੀ ਹੈ ਜੀ। ਸ਼ਡਿਊਲ ਟ੍ਰਾਈਬ ਦੀ ਆਬਾਦੀ 8.6% ਹੈ। ਕਿੰਨੀ ਹੋ ਗਈ? 16 ਤੇ 8 25 ਹੋ ਗਈ, ਵਿੱਚ ਪੁਆਇੰਟ ਲੱਗਦੇ। 52% ਦੇਸ਼ ਦੇ ਵਿੱਚ OBC ਭਾਈਚਾਰਾ, ਕਿੰਨੀ ਹੋ ਗਈ? 77। ਦੇਸ਼ ਦੇ ਵਿੱਚ 14% ਮੁਸਲਮਾਨ ਹੈ। ਕਾਸ਼ੀ ਰਾਮ ਨੇ 1984 ਚ ਜਿਹੜਾ ਸਾਈਕਲ ਯਾਤਰਾ ਸ਼ੁਰੂ ਕੀਤੀ ਔਰ ਜੀਪ ਯਾਤਰਾਵਾਂ 5 ਕੋਨਿਆਂ ਤੋਂ ਕੀਤੀਆਂ, ਉਹਦਾ ਮੇਨ ਇੱਕ ਮੋਟਿਵ ਸੀ ਕਿ ਮੁਸਲਿਮ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਆ। ਤੁਹਾਡੇ ਫਗਵਾੜੇ 'ਚ ਵੀ ਮੁਸਲਮਾਨਾਂ ਦੇ ਘਰ ਹੈ, ਪਰ ਅਸੀਂ ਓਪਰਾ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਿਆ, ਓਪਰਾ ਸਾਹਿਬ ਕਾਸ਼ੀ ਰਾਮ ਨੂੰ ਮੰਨਿਆ, ਔਰ ਅਸੀਂ ਅੱਜ ਤੱਕ ਮੁਸਲਮਾਨਾਂ ਦੇ ਘਰਾਂ ਤੱਕ ਪਹੁੰਚ ਨਹੀਂ ਕੀਤੀ। ਤੇ 77 ਤੇ 14.20 ਆਓ, 14 ਪਾਓ, 91 ਹੋ ਗਈ। ਦੇਸ਼ ਦੇ ਵਿੱਚ 2.4% ਕ੍ਰਿਸਚੀਅਨ ਹੈ। ਬੋਲਿਓ ਜੀ, ਕਿੰਨੀ ਹੋ ਗਈ? ਕਾਸ਼ੀ ਰਾਮ ਨੇ ਇੱਕ ਮੋਟੋ ਰੱਖਿਆ ਉਸ ਸਾਈਕਲ ਯਾਤਰਾ ਜਿਹੜੀ 5 ਕੋਣੀ ਸ਼ੁਰੂ ਕੀਤੀ ਸੀ ਕਿ ਈਸਾਈ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ। ਤੇ ਅਸੀਂ ਅੱਜ ਤੱਕ ਕਿਸੇ ਕ੍ਰਿਸਚੀਅਨਟੀ ਦੇ ਚਰਚ ਵਿੱਚ ਜਾ ਕੇ ਕਾਸ਼ੀ ਰਾਮ ਔਰ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਲੈ ਕੇ ਬੜੇ ਨਹੀਂ। ਕਿਉਂ? ਕਿਉਂਕਿ ਅਸੀਂ ਅਵੇਅਰਨੈਸ ਦਾ ਪ੍ਰੋਗਰਾਮ ਓਪਰਾ ਚਲਾਉਣਾ ਚਾਹੁੰਦੇ ਹਾਂ। ਔਰ ਮੈਂ ਤੁਹਾਡੇ, ਤੁਸੀਂ ਮੇਰੇ ਤੋਂ ਸਾਰੇ ਰਿਸਪੈਕਟੇਬਲ ਹੈ, ਵੱਡੇ ਆ, ਮੈਂ ਤੁਹਾਡੇ ਚਰਨਾਂ ਵਿੱਚ ਅੱਜ ਇਹ ਪ੍ਰੋਗਰਾਮ ਲੈ ਕੇ ਆਇਆ ਕਿ ਆਪਾਂ ਨੂੰ ਅਵੇਅਰਨੈਸ ਦਾ ਪ੍ਰੋਗਰਾਮ ਜੰਗੀ ਪੱਧਰ ਤੇ ਚਲਾਉਣ ਦੇ ਲਈ ਪ੍ਰੋਗਰਾਮ ਲਿਖਣਾ ਚਾਹੀਦਾ। ਕਿੰਨੇ ਹੋ ਗਈ ਸੀ ਗਿਣਤੀ? 93%। ਦੇਸ਼ ਦੇ ਵਿੱਚ 1.80%, 1.80 ਦੇ ਕਰੀਬ ਸਿੱਖ ਭਾਈਚਾਰਾ, ਜਿਹੜੀ 5 ਕੋਣੀ ਯਾਤਰਾ ਕਾਸ਼ੀ ਰਾਮ ਸਾਹਿਬ ਨੇ 84-5 ਚ ਕੱਢੀ। ਕਾਸ਼ੀ ਰਾਮ ਦਾ ਇੱਕ ਕੋਣੀ ਮੋਟਿਵ ਦੇ ਵਿੱਚ, ਯਾਤਰਾ ਦੇ ਵਿੱਚ ਮੋਟਿਵ ਸੀ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਆ। ਤੇ ਅਸੀਂ ਦੁਆਬੇ ਵਾਲੇ ਲੋਕ ਸਿੱਖ ਧਰਮ ਦੇ ਨੁਮਾਇੰਦਿਆਂ ਦੇ ਨਾਲ ਤਲਵਾਰਾਂ ਫਸਾ ਕੇ ਖੜੇ ਆ, ਵਿਚਾਰਕ ਯੁੱਧ ਚਲਾ ਕੇ ਖੜੇ ਆ। ਇਹਦਾ ਮਤਲਬ ਕਿ ਸਿੱਖਾਂ ਦੇ ਮਾਮਲੇ ਵਿੱਚ ਵੀ ਉਹਨਾਂ ਦੇ ਨਾਲ ਕਿੱਦਾਂ ਅਸੀਂ ਡੀਲ ਕਰਨਾ, ਸਿੱਖ ਭਾਈਚਾਰੇ ਦੇ ਨਾਲ, ਅੰਬੇਡਕਰ ਨੂੰ ਮੰਨਣ ਵਾਲਿਆਂ ਦੀ ਦੁਆਬੇ ਦੀ ਧਰਤੀ ਦੇ ਉੱਤੇ ਦਿਸ਼ਾ ਦੇ ਵਿੱਚ ਕਿਤੇ ਨੁਕਸ ਆਏਗਾ। ਕਾਸ਼ੀ ਰਾਮ ਸਾਹਿਬ ਦੇ ਨਜ਼ਰੀਏ ਨਾਲ ਉਹ ਨੁਕਸ ਠੀਕ ਹੋਣਾ ਚਾਹੀਦਾ। ਦੇਸ਼ ਦੇ ਵਿੱਚ 0.80% ਬੁੱਧਿਸਟ ਹੈ। ਕਿਉਂਕਿ ਗਿਣਤੀ ਕਿੰਨੀ ਹੋ ਗਈ ਟੋਟਲ? 96 ਹੋ ਗਈ। ਤੇ ਬੁੱਧਿਸਟ ਕਿੱਧਰ ਜਾਣਗੇ? ਵੱਡੀ ਲਹਿਰ 'ਚ ਜਾਣਗੇ। ਪਿੱਛੇ ਕਿਆ ਬਚਿਆ? 4%। ਹੋਰ ਘਟਾਉਣਾ ਚਾਹੁੰਦੇ ਹੋ? ਦੇਸ਼ ਦੇ ਵਿੱਚ 0.40 ਜੈਨੀ ਆ। ਜਦੋਂ ਜੈਨ ਦੀ ਮੂਵਮੈਂਟ ਤੁਸੀਂ ਪੜੋ, ਜੈਨ ਦੇ ਪੁਰਾਣੇ ਗ੍ਰੰਥ ਉਹਨਾਂ ਦੇ ਚੱਕ ਕੇ ਪੜੋ, ਬ੍ਰਾਹਮਣਵਾਦ ਦੇ ਖਿਲਾਫ ਲੜਾਈ ਆ। ਅਸੀਂ ਕਦੇ ਪੜ੍ਹੇ ਨਹੀਂ, ਅਸੀਂ ਕਦੇ ਸੁਣਾਏ ਨਹੀਂ। ਤੇ ਜੈਨੀ ਨੇ ਚੱਕਿਆ ਹੈ ਆਪਣਾ ਮਹਾ ਮ੍ਰਿਤਯੁਜੈ ਮੰਤਰ, ਜਿੱਥੇ ਸ਼ਿਵਜੀ ਭਗਵਾਨ ਦੀ ਉਹਨਾਂ ਨੇ ਫੋਟੋ ਲਾਈ।
हर जैनी की दुकान से वो उत्थे महावीर जैन नहीं है, उत्थे हिंदुओं का शिव जी भगवान नजर आता। किन्ने परसेंट हो गए? हाँ जी उच्ची ने दस्यो 90, पिछे बचे 3%। ਇਹਦਾ मतलब 1.5% औरत भी है ਵਿੱਚ ਉਹਦੇ। ਤੁਸੀਂ ਲਾਲੀ ਨੂੰ ਜਾ ਕੇ ਵੀ ਕਹਿ ਸਕਦੇ ਆ ਕਿ ਇਸ ਦੇਸ਼ ਦਾ ਸਿਸਟਮ ਤੈਨੂੰ ਸ਼ੂਦਰ ਕਹਿੰਦਾ। ਤੁਸੀਂ ਖਤਰਾਣੀ ਨੂੰ ਵੀ ਜਾ ਕੇ ਕਹਿ ਸਕਦੇ ਆ ਇਸ ਦੇਸ਼ ਦਾ ਸਿਸਟਮ ਤੁਹਾਨੂੰ ਸ਼ੂਦਰ ਕਹਿੰਦਾ, ਤੁਹਾਨੂੰ ਪਾਪ ਜੋਨੀ ਕਹਿੰਦਾ। ਤੁਸੀਂ ਰਜਪੂਤਨੀ ਮੇਰੀ ਭੈਣ ਮਾਂ ਨੂੰ ਵੀ ਜਾ ਕੇ ਕਹਿ ਸਕਦੇ ਆ ਇਸ ਦੇਸ਼ ਦਾ ਸਿਸਟਮ ਤੁਹਾਨੂੰ ਪਾਪ ਜੋਨੀ ਕਹਿੰਦਾ, ਤੁਹਾਨੂੰ ਤਾੜਨ ਦੀ ਗੱਲ ਕਰਦਾ। ਪਿੱਛੇ ਕੀ ਬਚਿਆ ਦੱਸੋ ਬਈ? ਤੇ 1.5% इस देश दे विच पंडित जी आ, 1.5% इस देश दे विच राजपूत भाईचारा, 1.5% इस देश च बाणिया भाईचारा, 1.5% आरिया। इहदा मतलब साडे अवेयरनैस प्रोग्राम नूं जे आपां जंगी पद्धर ते ना भी चलाइए, कच्चा पिल्ला जिहा प्रोग्राम बना के चला लईए, 33% दे नाल बाबा साहब अंबेडकर दी जिहड़ी आ बांह खड़ी इहनूं आराम मिलदा। जे बाबा साहब अंबेडकर की बांह नूं राम दवाना होवे, बाबा साहब की बांह खड़ी है ना दिल्ली वाल नूं, जे बाबा साहब का सुपना पूरा करना होवे, जिस सुपने नूं पूरा करन दे लई कांची राम नूं दुखां तकलीफां दी अग विच जलना पिया, जिस सुपने बारे बाबा साहब अंबेडकर ने कहा सी कि जाओ अपनियां कंधां ते लिख लो तुसीं इस देश दे हुक्मरान बनना, उस सुपने बारे कांची राम ने कहा जे तुसी बंदे बन जाओ, आ 1.5% नूं मैं बंदे दे पुत्त बना दिया। तुसी चाहते नहीं कि कुछ लोग इस भारत दे बंदे बन ते कुछ लोग बंदियां दे पुत्त बन? तुसी चाहते नहीं? कांची राम ये चाहता सी कि जिन्हां ने हजारां साल साडी मां नूं साडी भैण नूं तरकारिया, साडी दादी परदादी दी चुन्नी लाई आ, साडी चाची ताई कोलों रंबे कोए गए आ। तुसी चाहते नहीं कि उन्हां नूं बंदे दे पुत्त बनाया जावे? फिल्मां बहुत देखियां तुसी, फिल्मां बहुत देखियां। मां ते जुल्म हुंदा ते अमिताभ बच्चन मरदे दम तक वो फिल्म जब तक खत्म नहीं हुंदी जब तक वो बदला नहीं ले लैंदा। तुसी फिल्मां बड़ियां देखियां, मिठन चक्रवर्ती उदों तक लड़दा रहिंदा जब तक वो अपनी भैन दे बेइज्जती दा बदला नहीं ले लैंदा। पर वेयर वी स्टैंड, असीं कित्थे खड़े हैं इस मामले च? कांची राम दा अंदोलन तुहानूं किते खड़े करना चाहुंदा, कांची राम दा अंदोलन तुहानूं इस युद्ध विच खड़े करना चाहुंदा। वो कहंदा घबराओ ना, तुहाडी वादी बहुत है। और कांची राम ने सारे काटे बाटे मार के कटा कटा के भी बड़ा जोर लाया कि साडी वादी कटे कटे कटे, पर 85% तो फिर भी उन कटी नहीं। वो कहता ये तो कटनी नहीं, ये तो कटनी नहीं। जे 15% भी दूजे हो जान और थोड़े नाल सीधा युद्ध हो जाए और कल्ले नूं कल्ला मार दे, उधरों भी 15 मरन, थोड़े भी 15 मरन, थोड़े 70 जिउंदे रहणगे, उधर बीज नाश होएगा। ये कांशी राम दी प्रिंट मीडिया विच आई हुई गल है, इंटरव्यू दे विच कहंदा मैं वर्ग युद्ध तो घबराउंदा नहीं। ते असीं काका गल सुन, नौकरी करनी है, घर बह जा, कोई परचा ना दर्ज करवा। ते जिस बाप दी आपां पिता दी गल करन लई इत्थे बैठे आ, वो कहंदा कांशी राम वर्ग युद्ध तो घबराउंदा नहीं। 15% की तैयारी आ ते 85% की कोई तैयारी नहीं। 15% वाले रोज लाठी नूं तेल विच रखदे आ, भ्यों के रोज अपनी बंदूक नूं मार के सलाई साफ करदे आ, रोज अपनी पिस्तौल दे 6 खाने घुमाउंदे आ। 15% ते तुसीं वेयर वी स्टैंड। कांशी राम दा अंदोलन तुहानूं किते स्टैंड कराउणा चाहुंदा, किते खड़ा करना चाहुंदा तुहानूं।
और काशी राम ने यह गल्लां पूरे देश विच कीतियां। काशी राम थोड़े वर्गे बुद्धिजीवी लोगों को गया, वो कहता RPI आ काम करती है। काशी राम ने उन्होंने समझाया कि अंबेडकर नूं खत्म करने वाले लोग है। मैं अंबेडकर नूं जिउंदा करना चाहना, मैं घर घर अंबेडकर देखना चाहना, मैं हर कंध ते अंबेडकर देखना चाहना, हर दिन विच अंबेडकर का सुपना देखना चाहना। और काशी राम साहब ने जिद्दां तुसीं छोटा जिहा सैमीनार कीता, मीटिंग की, ते काशी राम ने हर जिले विच सैमीनार किए और विशा रखिया, सब्जैक्ट रखिया, बिल अंबेडकरिज्म रिवाइव एंड सर्वाइव इन इंडिया। थोड़े वर्गे पढ़े लिखे लोग इकट्ठे हुंदे सी, बहुत सारे सिर मार दिंदे सी, हो नहीं सकते, नहीं हो सकता। और बहुत सारे थोड़े वर्गे लोग ये कहंदे सी काशी राम यस वी कैन, असीं कर सकते हैं, काशी राम असीं तेरे नाल है। और काशी राम दे नाल किन्ने नाल होए, 15,000 विग्यानी। फगवाड़े दे विच टुटे भज्जे जे बड़े संगठन है, एक भी विग्यानी नहीं उन्हां विच। तुहाडे कोल मोबाइल है, तुहाडे कोल फेसबुक है, तुहाडे कोल व्हाट्सएप है। काशी राम दे कोल ना फेसबुक है, ना व्हाट्सएप है, ना उहदे कोल सोशल मीडिया, ना फोन। काशी राम को साइकिल है, पर 15,000 विग्यानी बाम सेव दे अंदर काम कर। 1978 याद रखना, 1978 कल्ला बंदा। असी MA भी बैठे हैं, PhD भी बैठे, सिंपल साइंटिस्ट, सॉरी सिंपल साइंस ग्रेजुएट, गवर्नमेंट कॉलेज रोपड़ दा, जेने मगर पूरा मुंबई जगत काशी राम एक बार फिल्मां च आ जा धर्मिंदर दे फटे चक लिया। काशी राम वालों सब गल सुन, तू फिल्मां बनाउणियां, धर्मिंदर नूं फेल करना ना। अच्छा ऐदा करो, एक राजा बनाओ, एक जगीरदार बनाओ, एक समंतवादी बनाओ, एक हीरो बनाओ, गरीब घर झोपड़ी में जम्मिया, ओदी उन्हां टकरा कराओ। और काशी राम दे 64 तो बाद जिहड़ियां फिल्मां 90 तक बणियां, देखियो समंतवादियां नाल संघर्ष काशी राम ने उन्हां नूं कन्विंस करा के फिल्मां इदां दीयां पेश कीतीआं। ओह काशी राम दी देन है। जे अज तुहानूं पंजाब दे अंदर, देश दे अंदर राइटर फाइटर बुद्धिजीवी नजर आउंदे, काशी राम दे अंदोलन दी देन है। जिन्नियां दे तुसीं नाम लै लो, पंजाब वालियां दे लै लो, किहदी प्रोडक्ट है? जिद्दां चमचा, आ चमचा जो काशी राम ने किताब लिखी, और काशी राम साहब लिखते हैं कि चमचियां दा प्यो कौन? सिद्ध करते हैं कि चमचियां दा प्यो गांधी। मैं सिद्ध करता हुन्ना कि जिन्होंने तुसी बुद्धिजीवी गिणदे आ, उन्हां दा प्यो काशी राम है। उन्हां दा बाप काशी राम है। किसी नूं काशी राम ने गीत गाना सिखाया, किसी नूं किताबां लिखणियां सिखाइयां, किसी नूं कविता पढ़नी सिखाई, किसी नूं अखबार कढनी सिखाई, पल्लियों पैसे दे दे के। काशी राम दे जमाए हुए बुद्धिजीवी, काशी राम दे जमाए हुए कवि अज काशी राम दी मूवमेंट वालों मुंह नहीं करते, क्योंकि बुद्धि ज्यादा वड्डी हो गई। और काशी राम ने देखा कि मैं मंजरे मकसूद ते बाबा साहब का अंदोलन लैके जाना, मैनू चाहिदा क्या है, किहड़ियां चीज़ां मेरे कोल होण कि मैं इन्हां जरवाणियां दे नाल इस युद्ध नूं जित सकां। हुण ये नहीं कि मैं युद्ध लड़ सकां। आ फगवाड़े दे जिन्ने छोटे मोटे संगठन है, ये युद्ध लड़न की कोशिश करते हैं, इन्हां कोल जितण दा कोई प्रोग्राम नहीं। काशी राम ने जिस वेले नो डाटा, अज तक तुसीं नैट ते बैठो, डाटा अवेलेबल है हर चीज़ का, हर चीज़ का डाटा अवेलेबल है। काशी राम के जमाने तो डाटा लैण लई भी हर स्टेट की राजधानी जाना पैंदा सी, नो डाटा। और काशी राम साहब ने यह देखा कि मैं इन्हां कोलों युद्ध जितना, जिन्होंने 3-4 हज़ार साल तो गुलाम बनाया, मैं युद्ध किद्दां जितूंगा, युद्ध जितण लई मैनूं किहड़ियां चीज़ां चाहीदियां। तां काशी राम साहब कहंदा मैनूं ये जे समाज थोड़ा थोड़ा धन दवे, पैसा दवे, मेरी गल अगे चल सकती है।
ਜੇ ਮੈਨੂੰ ਇਹ ਸਮਾਜ ਆਪਣਾ ਸਮਾਂ ਦੇਵੇ ਤਾਂ ਗੱਲ ਅੱਗੇ ਚੱਲ ਸਕਦੀ ਆ। ਜੇ ਮੈਨੂੰ ਇਹ ਪੜ੍ਹਿਆ ਲਿਖਿਆ ਵਰਗ ਦਿਮਾਗ ਦੇਵੇ ਆਪਣਾ ਤੇ ਗੱਲ ਅੱਗੇ ਚੱਲ ਸਕਦੀ ਆ। ਲੱਖਾਂ ਲੋਕਾਂ ਨੇ, ਮੈਂ ਹਜ਼ਾਰ ਨਹੀਂ ਕਿਹਾ, ਲੱਖਾਂ ਲੋਕ 1978 ਦੇ ਬਹੁਜਨ ਸੰਗਠਕ ਪੜ੍ਹੇ ਹੋ ਤੁਸੀਂ? ਉਹਦੇ ਚ ਕਾਂਸ਼ੀ ਰਾਮ ਸਾਹਿਬ ਡਾਟਾ ਦਿੰਦੇ ਹੁੰਦੇ ਸੀ, ਜਿਹ ਚ 15,000 ਵਿਗਿਆਨੀ ਲਿਖਿਆ ਸੀ, 1.5 ਲੱਖ ਡਾਕਟਰ ਲਿਖਿਆ ਸੀ। ਡਾਕਟਰ ਜਿੱਦਾਂ ਤੁਸੀਂ MBBS ਗਸਟਡ ਵੱਡੇ MS MD ਬੈਠੇ ਹੋ ਸਾਡੇ ਵਿੱਚ, ਇਦਾਂ ਦੇ ਡਾਕਟਰ। ਮੇਰੇ ਵਰਗੇ ਨਕਲੀ ਡਾਕਟਰ ਨਹੀਂ ਮੈਨੂੰ ਕਹਿ ਰਹੇ ਸੀ ਡਾਕਟਰ, ਮੈਂ ਨਕਲੀ ਡਾਕਟਰ, ਆਈ ਐਮ ਨਾਟ ਡਾਕਟਰ, ਆਈ ਹੈਵ ਨੋ ਡੈਜ਼ਿਗਨੇਸ਼ਨ ਆਫ ਡਾਕਟਰ, ਆਈ ਐਮ ਦਾ ਸਿੰਪਲ ਕਰਮਚਾਰੀ। ਕਾਂਸ਼ੀ ਰਾਮ ਸਾਹਿਬ ਨੇ ਅਸਲੀ ਡਾਕਟਰ 1.5 ਲੱਖ ਉਸ ਮੂਵਮੈਂਟ ਦੇ ਵਿੱਚ ਖੜਾ ਕੀਤਾ। ਦਰਜਨ ਅਖਬਾਰਾਂ ਖੜੀਆਂ ਕੀਤੀਆਂ ਔਰ ਉਹਦਾ ਨਤੀਜਾ ਕਿਆ ਹੋਇਆ? ਸਮਾਜ ਜਾਗਿਆ। ਨਤੀਜਾ ਕੀ ਹੋਇਆ? ਸਮਾਜ ਜਾਗਿਆ। ਪੂਰੇ ਦੇਸ਼ ਦੇ ਵਿੱਚ ਬੰਬ ਸੇਫ ਤਾਂ ਕਹਿਣਾ ਨਹੀਂ ਸੀ ਆਉਂਦਾ, ਬੰਬ ਸੇਫ ਹਰ ਬਸਤੀ, ਹਰ ਬਸਤੀ 'ਚ ਬੰਬ ਸੇਫ। ਕੌਣ ਆਇਆ ਸੀ ਰਾਤੀ? ਬੰਬ ਸੇਫ ਆਈ ਸੀ। ਕੀ ਕਰ ਗਿਆ? ਬਲੈਕ ਬੋਰਡ ਲਾ ਕੇ ਕੁਝ ਸਮਝਾ ਗਿਆ। ਕਹਿੰਦੇ ਕਿੱਦਾਂ ਲੱਗਿਆ? ਉਹ ਕਹਿੰਦਾ ਕੁਝ ਕਰਨਾ ਚਾਹੀਦਾ, ਕਾਂਸ਼ੀ ਰਾਮ ਨਾਲ ਹੀ ਖੜਨਾ। ਕਾਂਸ਼ੀ ਰਾਮ ਨੇ ਐਦਾਂ ਦੀ ਨੈਟਵਰਕਿੰਗ ਕੀਤੀ, ਹਰ ਪਿੰਡ ਦੇ ਵਿੱਚ ਡੁਪਲੀਕੇਟ ਆਪਣਾ ਪੈਦਾ ਕੀਤਾ। ਹਰ ਪੰਜਵੇਂ ਪਿੰਡ, ਹਰ ਦੂਜੇ ਤੀਜੇ ਵਾਰਡ ਦੇ ਵਿੱਚ ਤੁਹਾਨੂੰ ਅੱਜ ਵੀ ਕਾਂਸ਼ੀ ਰਾਮ ਨਜ਼ਰ ਆਉਣਗੇ, ਜਿਨ੍ਹਾਂ ਨੂੰ ਉਹ ਕਾਂਸ਼ੀ ਰਾਮ ਤੇ ਨਹੀਂ ਸੀਗੇ, ਪਰ ਪਿੰਡ ਵਾਲੇ, ਬਸਤੀ ਵਾਲੇ, ਮਹੱਲੇ ਵਾਲੇ ਕਹਿੰਦੇ, ਜਾਂ ਉਹਨੂੰ ਕਹਿੰਦੇ ਸੀ ਇਹ ਕਾਂਸ਼ੀ ਰਾਮ ਹੈ, ਜਾਂ ਕਹਿੰਦੇ ਹੁੰਦੇ ਕਾਂਸ਼ੀ ਰਾਮ ਦਾ ਚੇਲਾ ਆ। MLM ਮਲਟੀ ਲੈਵਲ ਨੈਟਵਰਕਿੰਗ ਕੰਪਨੀਆਂ ਤਾਂ 96 ਚ MBA ਆਈ ਆ, 2000 ਤੋਂ ਬਾਅਦ MLM ਫੈਲੀ ਆ। ਲੇਕਿਨ ਕਾਂਸ਼ੀ ਰਾਮ ਸਾਹਿਬ ਨੇ ਨੈਟਵਰਕਿੰਗ ਔਰ ਡੁਪਲੀਕੇਸੀ ਪੈਦਾ ਕਰਕੇ ਦਿਖਾਈ ਸਮਾਜ ਦੇ ਅੰਦਰ। ਅੱਜ ਆਪਾਂ ਕਿੰਨੇ ਕੁ ਡੁਪਲੀਕੇਟ ਪੈਦਾ ਕੀਤੇ ਆਪਣੇ? ਬੰਗਾ ਜੀ ਨੇ, ਇੰਜੀਨੀਅਰ ਜਗਦੀਸ਼ ਜੀ ਨੇ, ਮੈਮੀ ਜੀ ਨੇ, ਡਾਕਟਰ ਨੂਪ ਜੀ, ਡਾਕਟਰ ਸ਼ੰਕਰ ਜੀ, ਡਾਕਟਰ ਸਾਹਿਬ ਦਾ ਮੈਂ ਨਾਂ ਭੁੱਲ ਗਿਆ, ਪਿੱਛੇ ਬੈਠੇ ਆ, ਡਾਕਟਰ ਸੁਮਨ ਜੀ। ਆਪਾਂ ਕਿੰਨੇ ਕੁ ਆਪਣੇ ਡੁਪਲੀਕੇਟ ਪੈਦਾ ਕੀਤੇ ਆ? ਕਾਂਸ਼ੀ ਰਾਮ ਦਾ ਅੰਦੋਲਨ ਡੁਪਲੀਕੇਟ ਪੈਦਾ ਕਰਦਾ ਹੈ ਦੋਸਤੋ। ਜੇ ਅਸੀਂ ਡੁਪਲੀਕੇਟ ਪੈਦਾ ਨਾ ਕੀਤੇ ਤਾਂ ਅੰਦੋਲਨ ਖਤਮ ਹੋ ਜਾਇਆ ਕਰਦੇ ਹੈ। ਇਟਲੀ ਦਾ ਵਿਦਵਾਨ ਹੋਇਆ ਕਿ ਮੈਜਨੀ, ਇਟਲੀ ਦਾ, ਉਹ ਕਹਿੰਦਾ ਬੰਦੇ ਵੀ ਮਾਰੇ ਜਾਂਦੇ ਆ, ਬੰਦਿਆਂ ਦੇ ਵਿਚਾਰ ਵੀ ਮਾਰੇ ਜਾਂਦੇ ਆ। ਅੰਬੇਡਕਰ ਕਹਿੰਦਾ ਨਹੀਂ, ਜੇ ਡੁਪਲੀਕੇਟ ਪੈਦਾ ਹੋ ਜਾਣ, ਉਹ ਪ੍ਰਚਾਰ ਉਹਨਾਂ ਗੱਲਾਂ ਦਾ ਕਰਨ ਲੱਗ ਪਣ, ਤਾਂ ਕਦੇ ਵੀ ਬੰਦਾ ਨਹੀਂ ਮਰਦਾ, ਕਦੇ ਵੀ ਬੰਦੇ ਦੇ ਵਿਚਾਰ ਨਹੀਂ ਮਰਦੇ। ਅੱਜ ਮੁੜ ਕੇ ਸਮਾਂ ਆਇਆ ਜਿਹੜਾ ਅੰਦੋਲਨ ਕਾਂਸ਼ੀ ਰਾਮ ਨੇ 78 ਦੇ ਵਿੱਚ ਖੜਾ ਕੀਤਾ। ਜਿਹੜੇ ਲੋਕ ਉਸ ਵੇਲੇ 20 ਸਾਲ, ਕੋਈ 25 ਸਾਲ, ਕੋਈ 30 ਸਾਲ, ਅੱਜ ਉਹ ਲੋਕ ਬੁੜੇ ਹੋਣ ਡਏ ਆ। ਅੱਜ ਜਿਹੜੀ ਆ ਨਵੀਂ ਪਨੀਰੀ ਸਾਡੇ ਵਿੱਚ ਬੈਠੀ ਆ, ਇਹਨਾਂ ਨੂੰ ਕਾਂਸ਼ੀ ਰਾਮ ਦੇ ਨਾਂ ਦੇ ਉੱਤੇ, ਅੰਬੇਡਕਰ ਦੇ ਨਾਂ ਦੇ ਉੱਤੇ, ਫੂਲੇ ਸ਼ਾਹੂ ਦੇ ਨਾਂ ਦੇ ਉੱਤੇ, ਕੱਚਾ ਪਿੱਲਾ ਤਾਂ ਪਤਾ ਹੋ ਸਕਦਾ, ਕੱਚੇ ਪਿੱਲੇ ਨਾਲ ਜੰਗ ਜਿੱਤੀ ਨਹੀਂ ਜਾ ਸਕਦੀ। ਜੇ ਇਹਨਾਂ ਨੂੰ ਤੁਸੀਂ ਪੱਕੇ ਕਰਨਾ ਚਾਹੁੰਦੇ ਹੋ, ਜੇ ਆਪਣੀ ਕੌਮ ਦੀ ਜਵਾਨੀ ਨੂੰ ਤੁਸੀਂ ਕੋਈ ਦਿਸ਼ਾ ਦੇਣੀ ਚਾਹੁੰਦੇ ਹੋ, ਤਾਂ ਤੁਹਾਨੂੰ ਸਾਹਿਬ ਕਾਂਸ਼ੀ ਰਾਮ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲ ਕੇ ਉਹਨਾਂ ਨੂੰ ਸਮਝਾਉਣਾ ਪਏਗਾ। ਉਹਨਾਂ ਨੂੰ ਉਸੇ ਦਿਸ਼ਾ ਦੇ ਵਿੱਚ ਸਮਝਾਉਣਾ ਪਏਗਾ ਜਿੱਦਾਂ ਸਾਹਿਬ ਕਾਂਸ਼ੀ ਰਾਮ ਦਾ ਕੇਡਰ ਲੱਗਦਾ ਹੁੰਦਾ ਸੀ। ਔਰ ਪੂਰੇ ਦੇਸ਼ ਵਿੱਚ ਹਾਹਾਕਾਰ ਮਚ ਗਈ। 1984 1985 ਪੂਰੇ ਦੇਸ਼ ਦਾ ਜਿਹੜਾ ਆਧਾਰ ਵੋਟ ਕਾਂਸ਼ੀ ਰਾਮ ਨੇ ਤਿਆਰ ਕੀਤਾ, ਉਹਨੂੰ ਸ਼ਡਿਊਲ ਕਾਸਟ ਵੋਟ ਕਹਿੰਦੇ। ਕਾਂਸ਼ੀ ਰਾਮ ਦੀ ਮੂਵਮੈਂਟ ਦਾ ਆਧਾਰ ਕੌਣ ਹੈ? ਸ਼ਡਿਊਲ ਕਾਸਟ ਔਰ ਸ਼ਡਿਊਲ ਟ੍ਰਾਈਬ। ਸ਼ਡਿਊਲ ਕਾਸਟ ਔਰ ਸ਼ਡਿਊਲ ਟ੍ਰਾਈਬ, ਔਰ ਉਹਦੇ ਵਿੱਚ ਵੀ ਖਾਸ ਤੌਰ ਤੇ ਚਮਾਰ ਭਾਈਚਾਰਾ ਵੱਡੇ ਪੱਧਰ ਤੇ ਬਾਹਰ ਨਿਕਲਿਆ। ਕਿੱਥੋਂ ਬਾਹਰ ਨਿਕਲ ਗਿਆ? ਜਿਨ੍ਹਾਂ ਦਾ ਯੁੱਧ ਅੰਬੇਡਕਰ ਨਾਲ ਰਿਹਾ, ਜਿਨ੍ਹਾਂ ਨੇ ਅੰਬੇਡਕਰ ਦੇ ਸੰਘਰਸ਼ ਦੇ 40-45 ਸਾਲ ਹਰ ਕਦਮ ਤੇ ਅੰਬੇਡਕਰ ਦੇ ਰਸਤੇ ਵਿੱਚ ਰੋੜੇ ਅਟਕਾਏ। ਹਰ ਕਦਮ ਦੇ ਉੱਤੇ ਅੰਬੇਡਕਰ ਨੂੰ ਲਾਠੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਕਾਂਗਰਸ ਜਮਾਤ ਕਹਿੰਦੇ ਆ। ਆਪਾਂ ਸਾਰਿਆਂ ਦੇ ਦਾਦੇ ਪੜਦਾਦੇ ਕਿੱਥੇ ਸੀ? ਉਹਨਾਂ ਨੂੰ ਬਾਹਰ ਕਿਉਂ ਕੱਢਿਆ? ਕਾਂਸ਼ੀ ਰਾਮ ਨੇ।
ਹੁਣ ਜਿਨ੍ਹਾਂ ਦੇ ਥੱਲਿਓਂ ਬਾਹਰ ਕੱਢ ਲਿਆ ਉਹ ਵੀ ਸੋਚਦੇ ਆ ਵੀ ਅਸੀਂ ਹਿੱਲ ਕਿਉਂ ਰਹੇ ਹਾਂ, ਅਸੀਂ ਹਿੱਲ ਕਿਉਂ ਰਹੇ ਹਾਂ। ਉਹਨਾਂ ਨੇ ਹਿੱਲਣ ਦੀ ਪੜਚੋਲ ਕੀਤੀ। ਜਦੋਂ ਉਹਨਾਂ ਨੇ ਪੜਚੋਲ ਕੀਤੀ, ਉਹ ਕਹਿੰਦੇ ਕਾਂਸ਼ੀ ਰਾਮ ਨਾਮ ਦਾ ਕੋਈ ਬੰਦਾ ਆਇਆ, ਕਰਦਾ ਕੀ ਆ, ਕਹਿੰਦੇ ਇਹ ਤਾਂ ਪਤਾ ਨਹੀਂ, ਕੋਈ ਬੰਬ ਸੇਫ ਚਲਾਉਂਦਾ। ਕਹਿੰਦੇ ਠੀਕ ਹੈ, ਮਿਲਦਾ ਕਿੱਥੇ ਆ, ਕਹਿੰਦੇ ਇਹ ਵੀ ਨਹੀਂ ਪਤਾ, ਰਹਿੰਦਾ ਕਿੱਥੇ ਆ ਇਹ ਵੀ ਨਹੀਂ ਪਤਾ। ਤਾਂ CID ਵਾਲਿਓ ਤੁਹਾਨੂੰ ਪਤਾ ਕੀ ਆ, ਕਹਿੰਦੇ ਜੀ ਆ ਅਖਬਾਰ ਵਾ ਬਹੁਜਨ ਸੰਗਠਨ, ਇਹਦੇ ਥੱਲੇ ਲਿਖਿਆ ਆ ਕਰੋਲ ਬਾਗ ਦਿੱਲੀ, ਇਹਦੇ ਥੱਲੇ ਲਿਖਿਆ ਦਫ਼ਤਰ ਬੰਬ ਸੇਫ ਦਾ, BSP ਦਾ ਦਫ਼ਤਰ। ਕਾਂਸ਼ੀ ਰਾਮ ਨੇ ਅੰਬੇਡਕਰ ਸਾਹਿਬ ਦੀ ਬਾਹ ਨੂੰ ਰਾਮ ਦਿਵਾਉਣ ਦੇ ਲਈ ਭਾਰਤ ਦੇ ਤਖਤ ਦੇ ਉੱਤੇ ਤੁਹਾਨੂੰ ਬਹੁਜਨ ਸਮਾਜ ਨੂੰ ਹੁਕਮਰਾਨ ਬਣਾਉਣ ਦੇ ਲਈ ਕਾਂਸ਼ੀ ਰਾਮ ਨੇ ਪੋਲੀਟੀਕਲ ਪਾਰਟੀ ਲਾਂਚ ਕੀਤੀ, ਜਿਹਨੂੰ ਬਹੁਜਨ ਸਮਾਜ ਪਾਰਟੀ ਕਹਿੰਦੇ। ਕਿਆ ਬਹੁਜਨ ਸਮਾਜ ਪਾਰਟੀ ਲਾਂਚ ਕਰਨੀ ਚਾਹੀਦੀ ਸੀ ਕਿ ਨਹੀਂ ਚਾਹੀਦੀ ਸੀ? ਮੇਰਾ ਸਵਾਲ ਹੈ ਤੁਹਾਡੇ ਅੱਗੇ, ਜਿਹੜੇ ਸਹਿਮਤ ਹੋ ਹੱਥ ਖੜੇ ਕਰੋ। ਕਰਨੀ ਚਾਹੀਦੀ ਸੀ ਲਾਂਚ? ਕਿਉਂ ਲਾਂਚ ਕਰਨੀ ਚਾਹੀਦੀ ਸੀ? ਕਿਉਂਕਿ ਰਾਜ ਭਾਗ ਲੈਣ ਦਾ ਤਰੀਕਾ ਤਲਵਾਰ ਨਹੀਂ ਹੈ, ਬੰਦੂਕ ਨਹੀਂ ਹੈ, ਬੰਬ ਨਹੀਂ ਹੈ। ਭਲਾ ਹੀ ਕਾਂਸ਼ੀ ਰਾਮ ਵਿਗਿਆਨੀ ਸੀ ਬੰਬ ਬਣਾਉਣ ਵਾਲੀ ਫੈਕਟਰੀ 'ਚ, ਪਰ ਰਾਜ ਲੈਣ ਦਾ ਤਰੀਕਾ ਬੰਬ ਨਹੀਂ ਸੀ। ਬਾਏ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਪੂਰੇ ਭਾਰਤ ਵਿੱਚ ਡੈਮੋਕ੍ਰੇਸੀ ਸੀ, ਪੂਰੇ ਵਰਲਡ ਦੇ ਵਿੱਚ ਡੈਮੋਕ੍ਰੇਸੀ ਸੀ। ਔਰ ਕਾਂਸ਼ੀ ਰਾਮ ਸਾਹਿਬ ਨੇ ਜਿਹੜੀ ਉਹ ਬਹੁਜਨ ਸਮਾਜ ਪਾਰਟੀ ਬਣਾਈ, ਬਹੁਜਨ ਸ਼ਬਦ ਦਾ ਇਤਿਹਾਸ ਹੈ, 2500 ਸਾਲ ਪੁਰਾਣਾ ਇਤਿਹਾਸ ਬਹੁਜਨ ਸ਼ਬਦ ਦਾ। ਕਿੰਨਾ ਵਿਦਵਾਨ ਹੋਏਗਾ ਕਾਂਸ਼ੀ ਰਾਮ, ਬਹੁਜਨ ਸ਼ਬਦ ਕਿੱਥੋਂ ਲਿਆਇਆ ਕੱਢ ਕੇ। ਜਦੋਂ ਤੁਸੀਂ ਕੇਡਰ ਕੈਂਪ, ਮੈਂ ਮਾਸਟਰ ਪਰਮਜੀਤ ਨਾਲ ਗੱਲ ਕਰਦਾ ਸੀ ਵੀ ਮੈਂ ਹੁਣ ਭਾਸ਼ਣਬਾਜ਼ੀ ਬੰਦ ਕੀਤੀ, ਮੈਂ ਭਾਸ਼ਣ ਕਰਨ ਪਿਛਲੇ 2-3 ਸਾਲ ਤੋਂ ਨਹੀਂ ਜਾਂਦਾ, ਮੈਂ ਜਿੱਥੇ ਵੀ ਜਾਂਦਾ ਕਾਂਸ਼ੀ ਰਾਮ ਸਾਹਿਬ ਦਾ ਸਿਪਾਹੀ ਬਣ ਕੇ ਕੇਡਰ ਕੈਂਪ ਲਾਉਣ ਜਾਂਦਾ, ਮੈਂ ਹੋਰ ਕੋਈ ਕੰਮ ਨਹੀਂ ਕਰਦਾ। ਕਹਿੰਦੇ ਨਹੀਂ ਤੁਸੀਂ ਆਉਣਾ। ਫਿਰ ਮੈਨੂੰ ਸਿਫਾਰਿਸ਼ ਆ ਗਈ ਚਮਨ ਲਾਲ ਦੀ, ਕਹਿੰਦਾ ਨਹੀਂ ਡਾਕਟਰ ਜੀ ਤੁਸੀਂ ਜਾਣਾ। ਫਿਰ ਮੈਂ ਕਿਹਾ ਮੈਂ ਜਾਊਂਗਾ। ਅੱਜ ਵੀ ਮੈਂ ਤੁਹਾਨੂੰ ਇਹ ਕਹਿਣਾ ਆ, ਇਹੀ ਬੇਨਤੀ ਕਰਨਾ ਆ, ਜੇ ਤੁਸੀਂ ਇਹ ਚਾਹੁੰਦੇ ਹੋ ਕਿ ਅਵੇਅਰਨੈਸ ਜੰਗੀ ਪੱਧਰ ਤੇ ਫੈਲੇ, ਤਾਂ ਤੁਹਾਡਾ ਫਗਵਾੜਾ ਬੜਾ ਫਰਟਾਈਲ ਭੂਮੀ ਹੈ, ਇੱਥੇ ਕੰਮ ਬੜੀ ਜਲਦੀ ਹੋ ਸਕਦਾ, ਇੱਥੇ ਲੱਕੜਾਂ ਸੁੱਕੀਆਂ ਬੜੀ ਜਲਦੀ ਅੱਗ ਪੈ ਸਕਦੀ ਆ। ਤੁਹਾਨੂੰ ਇਸ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਮੈਂ ਇਹ ਸਪੈਸ਼ਲ ਰਿਕੁਐਸਟ ਅਵੇਅਰਨੈਸ ਫੋਰਮ ਦੇ ਅੱਗੇ ਕਰ ਚੱਲਾਂ, ਜੇ ਤੁਸੀਂ ਆਉਣੇ ਵਾਲੀ ਜਵਾਨੀ ਸਾਂਭਣੀ ਆ ਤਾਂ। ਨਹੀਂ ਤਾਂ 95% ਸਾਡੇ ਵਿੱਚ ਸੀਨੀਅਰ ਬੈਠੇ ਆ, ਬਜ਼ੁਰਗ ਬੈਠੇ ਆ, ਤੇ ਸੀਨੀਅਰ ਜਿਹੜੇ ਹੁੰਦੇ ਆ ਆਸ਼ੀਰਵਾਦ ਤਾਂ ਦੇ ਸਕਦੇ ਆ, ਲੇਕਿਨ ਕੋਈ ਬਹੁਤ ਵੱਡੀ ਮੂਵਮੈਂਟ ਖੜੀ ਕਰ ਦੇਣ, ਇਹੋ ਜਿਹਾ ਇਤਿਹਾਸ ਵਿੱਚ ਵੀ ਕਦੇ ਨਜ਼ਰ ਨਹੀਂ ਹੋਇਆ। ਕਹਾਂ ਭਵਿੱਖ ਜਿਹੜਾ ਇੱਦਾਂ ਦਾ, ਬਿਮਾਰੀਆਂ ਇੰਨੀਆਂ ਆ ਗਈਆਂ, ਤਾਂ ਸਾਨੂੰ ਆਪਣੀ ਜੰਗ ਨੂੰ ਤਿਆਰ ਕਰਨ ਲਈ ਤੁਹਾਨੂੰ ਸੀਨੀਅਰ ਸਾਥੀਆਂ ਨੂੰ ਜ਼ਰੂਰ ਇੱਕ ਕੋਈ ਪ੍ਰੋਗਰਾਮ ਲਿਖਣਾ ਚਾਹੀਦਾ ਕੇਡਰ ਕੈਂਪ। ਕਾਂਸ਼ੀ ਰਾਮ ਸਾਹਿਬ ਨੇ ਜਦੋਂ ਸ਼ਡਿਊਲ ਕਾਸਟ ਸਮਾਜ ਖਿਸਕਾਇਆ ਤਾਂ CID ਮਗਰ ਲਾਈ ਕਾਂਸ਼ੀ ਰਾਮ। ਜਿਨ੍ਹਾਂ ਕੋਲ ਰਾਜ ਭਾਗ ਖੋਣਾ ਆ, ਜਿਨ੍ਹਾਂ ਨੇ ਖੋਣਾ ਆ, ਉਹਦੇ ਮਗਰ ਸਰਕਾਰਾਂ ਵੀ ਤਾਂ ਪੈਣੀਆਂ। ਜਦੋਂ ਸਰਕਾਰ ਮਗਰ ਲਾਈ, CID ਮਗਰ ਲਾਈ, ਕਹਿੰਦੇ ਆ ਪੇਪਰ ਹੈ ਜੀ, ਇੱਥੇ ਐਡਰੈਸ ਲਿਖਿਆ ਆ। ਮੈਂ ਕਹਾਣੀ ਲੱਗਾ ਸੁਣਾਉਣ। ਉਹ ਕਹਿੰਦੇ ਕਰੋਲ ਜਾਓ, ਕਰੋਲ ਬਾਗ ਕਿੱਥੇ ਆ? ਦਿੱਲੀ 'ਚ ਹੀ ਆ। ਕਰੋਲ ਬਾਗ ਚਲੇ ਗਏ, ਕਹਿੰਦੇ ਜੀ ਘੁੰਮੇ ਆਏ, ਦਫ਼ਤਰ ਨਹੀਂ ਲੱਭਿਆ। ਕਹਿੰਦੇ ਕਿਉਂ ਨਹੀਂ ਲੱਭਿਆ? ਕਹਿੰਦੇ ਦਫ਼ਤਰ ਜਿਹੜਾ ਆ ਉਹ ਇਸ ਕਰਕੇ ਨਹੀਂ ਲੱਭਿਆ ਕਿ ਉੱਥੇ ਤਾਂ 2-2 ਮੰਜ਼ਲੇ ਮਕਾਨ ਹੈ, ਟੁੱਟੀਆਂ ਪੱਟੀਆਂ ਗਲੀਆਂ ਆ, ਨਾਲੀਆਂ ਦਾ ਪਾਣੀ ਸੜਕ ਦੇ ਵਿੱਚ ਪੈਂਦਾ, ਗਲੀ ਦੇ ਵਿੱਚ ਪੈਂਦਾ ਆ, ਤੇ ਉੱਥੇ ਸਾਰੇ ਜੁੱਤੀਆਂ ਗੰਢਣ ਵਾਲੇ ਜਾਂ ਬਾਜੇ ਵਜਾਉਣ ਵਾਲੇ ਆ। ਉੱਥੋਂ ਦਾ ਬਾਜਿਆਂ ਦੀ ਬੁਕਿੰਗ ਹੁੰਦੀ ਆ ਜਾਂ ਉੱਥੇ ਚਮੜੇ ਦੀਆਂ ਜੁੱਤੀਆਂ ਬਣਦੀਆਂ। ਉਹ ਕਹਿੰਦੇ ਹੋਏਗਾ, ਦਫ਼ਤਰ ਤਾਂ ਹੋਏਗਾ, ਕੋਈ ਬੰਦੇ ਤਾਂ ਕੰਮ ਕਰਦੇ ਹੋਣਗੇ। ਕਹਿੰਦੇ ਹਾਂ ਜੀ, ਆ 2-4 ਨਾਂ ਆਏ ਆ, ਜਿਹੜੇ ਉਹ ਬਾਮ ਸੇਵ ਦੇ ਕੁਝ ਪੰਜਾਬ ਦੇ ਪੁਰਾਣੇ ਲੀਡਰ ਸੀ, ਕੁਝ ਮਹਾਰਾਸ਼ਟਰ ਦੇ ਸੀ, 1-2 ਯੂਪੀ ਦੇ। ਉਹ ਕਹਿੰਦੇ ਆ ਨਾਂ ਆਏ ਆ। ਉਹ ਕਹਿੰਦੇ ਇਹਨਾਂ ਨੌਆਂ ਦਾ ਪਿੱਛਾ ਕੀਤਾ ਜਾਵੇ। ਹੁਣ ਬੱਸਾਂ ਦੇ ਸਫ਼ਰ ਹੁੰਦਾ ਸੀ ਤੇ CID ਵਾਲੇ ਨੇ ਵੀ ਟਿਕਟ ਪਿੱਛੋਂ ਚੜ੍ਹ ਕੇ ਲੈ ਲੈਣੀ, ਉਹਨੂੰ ਮੋਹਰੇ ਲੈ ਲੈਣੀ, ਤੇ ਬੈਠ ਕੇ ਦੇਖੀ ਜਾਣਾ ਕਿੱਥੇ ਕਿੱਥੇ ਘੁੰਮਦੇ ਆ। ਕਾਂਸ਼ੀ ਰਾਮ ਦੇ ਅੰਦੋਲਨ ਤੇ ਇੰਨੀ ਚੈਕਿੰਗ ਹੋਈ, 84 'ਚ ਪਾਰਟੀ ਬਣੀ ਆ,
और काशी राम की ऑर्गेनाइजेशन से 85 ਦੇ ਵਿੱਚ ਅਟੈਕ ਹੁੰਦਾ ਹੈ ऑर्गेनाइजेशनल अटैक। ਉਹ ਕਹਿੰਦੇ काशी राम फिर करता की आ ਲੱਭੋ। ਉਹ ਲੱਭਿਆ ਗਿਆ, ਕਹਿੰਦੇ जी 2 ਮੰਜ਼ਲਾ ਮਕਾਨ है, थल्ले बाजे वाले आ, उपर बिल्डिंग के उत्ते काशी राम का कमरा भी आ, दफ्तर भी आ, ते एक पीपा तोड़ के पीपे नूं पाड़ के अगे बुढ़ियां 20 साल पहला 30 साल पहला पीपा पाल, वो पीपा पाड़ के उहदे पर काला पेंट करके उपर मोहरे बाम सेफ लिखिया है। वो भी जंगाले खाता पिया ते बाम सेफ नजर नहीं आता, पता नहीं कदा लाया होना, 78 78 का मुड़ के बदलिया नहीं होना। ते काशी राम साहब अपने भाषण में कहते आ कि मेरे ते ऑर्गेनाइजेशनल अटैक राजीव गांधी और अर्जन सिंह ने किया कि जिहड़ी मूवमेंट अंबेडकर साहब के सुपनिਆਂ ਨੂੰ पूरा करने दे लई पूरे भारत में देश में चली आ, ये मूवमेंट तो काशी राम ने चलाई आ, पर काशी राम कल्ला ते काम नहीं करता। काशी राम कल्ला ते काम नहीं करता, ते काशी राम की सेना नूं सैबोटाइज किया गया। और सेना कौन सी? बाम सेफ सी। और काशी राम की बाम सेफ, काशी राम अपने भाषण में कहता कि मेरी बाम सेफ तोड़ी गई, मेरे लीडर, मेरे बाम सेफ के लीडर खरीदे गए। और अज भी वो लीडर है जिन्होंने काशी राम खरीदे हुए कहता गाहे बगाहे नजर आउंदे आ। तुसी काशी राम का जीवन संघर्ष दिता मैंने, फगवाड़े की धरती ते हो सकता जीवन संघर्ष का कोई मादा इदां दा होवे वो सुनिया ना जा सकता हो, पर मैं तुहानूं सुणावां। इस करके एक गल मैं कह रहा कि जो काशी राम ने बोलियां उन्हां गल्लां दे आधार काशी राम साहब कहते आ कि तुहाडे समाज की मूवमेंट नूं खत्म करने लई कांग्रेस ने अटैक किया, मेरी बांह सिर्फ तोड़ी। और इल्जाम क्या लाया काशी राम के उत्ते कि काशी राम पार्टी नहीं सी बनानी चाहिए, तेन पार्टी बनाने नूं बड़ी काली की। जिन्हां बंदियां दा जन्मदाता काशी राम है, जिन्हां नूं जमाया काशी राम ने, ते वो काशी राम नूं अकल दिंदे आ। जिहड़े काशी राम नूं अकल दिंदे सी 85 दे विच, अज 30 साल बाद वो नजर नहीं आते किते, ते जिथे नजर आते उत्थे प्राप्ति कोई नहीं। कहते काशी राम तेनू धन असीं दिन्ने आ, तेनू समा असीं दिन्ने आ, तेरा दिमाग असीं आ, ते तू साडे बगैर एक कदम चल नहीं सकता। काशी राम कहंदा अपने टैची चक्को, मैं जुत्ते मार के बाहर भजा देंगा, बाहर निकल दफ्तर। और वो बाहर भजाए बाम सेव वाले उस वेले जदों बाहर भजाए तो काशी राम नूं सोचण लई मजबूर होना पिया कि इन्हां ने मैनूं चुनौती दित्ती है, पहला मैं इन्हां नूं पूरे भारत के लोगों नूं कुछ करके दिखाऊंगा। जिहड़ी पार्टी 85 हले 1 साल भी जम्मी नूं होया नहीं सीगा, 89 दे विच ओह पार्टी रजिस्टर्ड हुई, 1% वोट लैके अगे रजिस्टर्ड होंदी सी पार्टी। हुण तां जिहड़ा मर्जी जाके 4 बंदे जाण रजिस्टर्ड करा लए। और काशी राम साहब ने बाई इलैक्शन 89 का इलाहाबाद तो लड़िया। इलाहाबाद तो जदों इलैक्शन लड़िया, एक पासे बीपी सिंह का नुमाइंदा खड़ा आ, एक पासे सारिया पार्टियां ने रल के खड़ा किया, वो मायावती वेले सी। एक पासे बीपी सिंह है, एक पासे काशी राम है, 30 का नाम भुल गया मैं। कहते भी 3 बंदे इलैक्शन लड़ रहे, होर किसी ने कागज फाइल नहीं किए, ते पत्रकार लभदे फिरदे आ काशी राम कौन है बई। एक तो बीपी सिंह का बंदा हो गया, एक होर हो गया, ये दोए देश दियां हज़ारां किल्लियां दियां मालक पार्टियां आ, करोड़ों की प्रॉपर्टी के मालक है। काशी राम कौन है? कहते पंजाब तो आया कोई। पत्रकार खोज करते, पत्रकारों ने काशी राम लभ्या, साइकिल ते तुरया आ, झंडा ला के नीला, पिछे 50-100 साइकिल, और कोल पीपे रखे हुआ, और घर घर घूमन डे आ बे जिन्हां ने काशी राम नूं वोट पानी आ, वो 1 रुपया डब्बे विच पा ले।
वो पत्रकार घेर लिया, मैक लगे गए, कांशी राम जी, हाँ जी हाँ जी, हाँ जी, अच्छा कांशी राम जी आप इलेक्शन लड़ रहे हो? कहता हाँ जी लड़ रहे हो। अच्छा कैसी चल रही है कंपेन आपकी? कहता कांग्रेस के बराबर जा रहे हैं मैं। 89 राजीव गांधी उन्हों का अद्धिया भारत दे भारत दियां 20-25 स्टेटां च उन्हों का 20 च राज है, तो कांशी राम का कोई नौ लेने वाला नहीं। तो कांशी राम नूं पुछदा पत्रकार, कांशी राम कंपेयर कैसी चल रही है? कहता कांग्रेस के बराबर जा रहे हैं। किसी का फोन बजदा, तुसीं देखो माड़ा जिहा। ते कांशी राम साहब ने जदों इलैक्शन लड़िया, वर्कर इकट्ठे किए जिद्दां अज मीटिंग, कहंदा भी मैं लड़ना बाई इलैक्शन। कहंदे साहब बाई इलैक्शन तो कदे लड़दे नहीं हुंदे, तो सरकारां दा हुंदा। अज पंजाब वाले भी इदां बोलदे आ भी बाई इलैक्शन तो सरकार दा हुंदा। कांशी राम कहंदा नहीं मैं बाई इलैक्शन ही लड़दा, लड़ना भी इहदे बराबर है। कहते जी फिर जे बाई इलैक्शन लड़ना आ तो फिर तो पैसा बहुत चाहिए। कहते बस चादर विछाती आ, अपने अपने पैसे सट्टो ये पर, एक सैकल नवा लिया दो मैनू ते बाकी काम मेरा। कहते जी बाकी काम किहड़ा तुहाडा? कहता बाकी जिहड़े पैसे बच गए आपां पीपे खरीदने आ, पीपिਆਂ ते जंदा लाना आ, मोहर ला के ते उपर हाथी दा पोस्टर लाना आ ते विच मोरी कड्ढनी आ ते तुसीं घर घर घुमना आ भी जिन कांशी राम नूं वोट पाणी 1 रुपया दो। कहते कांशी राम देख मैं अफसर बंदा, कानून मेरी बेइज्जती कराउणा, मेरी भूआ इंग्लैंड गई जो कनेडा गई जो, मैं उन्होंने को पैसे मंगा दिंदा 2-4 हज़ार रुपया, मैनू चाहिए नहीं। कहता कट्ठे पैसे मैनू घर घर तो 1-1 रुपया चाहिए भी उत्थों जन कांशी राम नूं वोट पानी, घर घर घुमना तुसीं। को मेरे वर्गा तुहाडे वर्गा वड्डे बंदे कहते कांशी राम बेइज्जती बड़ी है, घर घर घुमना बड़ा औखा है, कित्थे पोस्टर लावां? कहता घुमना पैंदा, जे नहीं मैनू वोट पा दिओ घर बैठो कांशी राम कल्ला को। जिद्दण वो पीपा खोलिया रिजल्ट का डब्बा खोलिया, कांशी राम नूं 99,000 वोट और उच्चों निकले 33,000 सिक्का। घर घर प्रचार, किन्ने छोटे साधना का बड़े पद्धर ते इस्तेमाल, कांशी राम की देन है समाज। जिन्हां तरीकिਆਂ नूं भुल के अज पंजाब गर्त होया, उसका कारण है। और कांशी राम पूरे देश में हो गई, जिते उसकी कोई खबर नहीं। कहते जो 99,000 लै गया बंदा, इनू लभो कौन है? और कांशी राम कहता मैं इन्ना बिजी रहा कि अप्रैस्ट इंडिया दे 5 महीने अंक ना कड्ढण लई मैं पाठकां तो माफी मंगदा हां। इन्ना बिजी पूरे देश च कांशी राम कि 99,000 वोट, बल्ले वे बल्ले। और कांशी राम नूं राजीव गांधी मिलण गया 89 जदों कांग्रेस की सरकार गई, तो कांशी राम ने सिंपल जी बलैन पाइयो जी पाइयो होंगी आपां लुंगी लाइयो। कहना कांशी राम दस तैनूं इलैक्शन लड़के क्या मिलिया? तू साडे नाल समझौता करदा, 12-15 तैनूं सीटां दिंदे ते हुण तू साडीआं भी हरातियां। 85 MP दीआं सीटां 80 कांग्रेस हार गई, 81 हार गई जनता दल ते साडे नाल मिल के लड़दा असी भी बच जाते, तेरे भी 10-12 मैंबर पार्लीमेंट जित जाते। दस तेन क्या होया? कांशी राम कहता राजीव गांधी कांशी राम की कुल्ली दे विच कांशी राम फकीर नूं दिल्ली दा मुगल मिलण आया होवे, एक घट कितनी वड्डी गल है। एक कांशी राम सी जिहदा तुसीं आ दिन अज जन्म दिन दे विच तुसीं मैनूं अपने विच बोलण दा माण बख्शिया। मैं इस लायक नहीं कि मैं कांशी राम बारे कुछ बोलना। मैं अज भी मैं फोरम नूं कहना कि मेरे तो एक्सपैक्टेशन तुसीं बहुत वड्डी कीती है। जिस कांशी राम ने कांग्रेस नूं खुड्डे लैन लाया ते कांग्रेस ने भी तो कुछ करना सी ना। वो मानसेफ वाले तोड़े, मेन धुरा तोड़िया। मेन धुरा क्यों तोड़िया? रीढ़ की हड्डी क्यों तोड़ी? 1964 तो लैके 1984 30 साल तो लैके अपनी उम्र के 50 साल तक का जीवन, अहम जीवन कांशी राम की वाडी का अहम समा मेरा
ਜਿਹੜਾ ਮੈਂ ਬਾਮ ਸੇਫ ਤੇ ਲਾਇਆ ਔਰ ਦੁਸ਼ਮਣ ਨੇ। ਭਾਜੀ ਪਲੀਜ਼ ਸਾਇਲੈਂਟ ਕਰ ਲਿਓ ਫੋਨ, ਸਾਇਲੈਂਟ ਕਰ ਲਓ, ਫਿਰ ਭੱਜ ਪਣਾ ਹੈ। ਇਹ ਕਾਂਸ਼ੀ ਰਾਮ ਦਾ ਜੀਵਨ ਸੰਘਰਸ਼ ਹੈ। ਕਾਂਸ਼ੀ ਰਾਮ ਕਹਿੰਦਾ ਜਿੱਦਣ ਇਹਨਾਂ ਨੂੰ ਤੋੜਿਆ, ਜਿੱਦਣ ਇਹ ਲੋਕ ਗਦਾਰੀ ਕਰਕੇ ਗਏ ਮੇਰੇ ਨਾਲ, ਜਿਹੜਾ ਕਜਰੋਲਕਰ ਬਾਬਾ ਸਾਹਿਬ ਅੰਬੇਡਕਰ ਦੇ ਖਿਲਾਫ ਇਲੈਕਸ਼ਨ ਲੜਿਆ, ਤੁਹਾਡਾ ਕੀ ਲੱਗਦਾ ਦੱਸੋ? ਪੀਏ ਸੀ, 10ਵੀਂ ਪਾਸ ਪੜਿਆ ਪੀਏ। ਅੰਬੇਡਕਰ ਸਾਹਿਬ PhDਆਂ ਦਾ ਮਾਲਕ, ਤੇ 10ਵੀਂ ਪੜਿਆ ਪੀਏ। ਕਜਰੋਲਕਰ ਪੂਨਾ ਸੀਟ ਤੋਂ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਂਦਾ, ਤੁਹਾਡਾ ਕੀ ਲੱਗਿਆ? ਕਾਂਗਰਸ ਨੂੰ ਤੋੜਦੀ ਆ, ਕਾਂਗਰਸ ਟਿਕਟ ਦਿੰਦੀ ਆ ਔਰ ਤੁਹਾਡੇ ਰੈਬਲ ਨੂੰ ਹਰਾਉਂਦੀ ਆ। ਉਹ ਪੀਏ ਤੁਹਾਡਾ ਕੀ ਲੱਗਿਆ? ਦੋਸਤ, ਦੁਸ਼ਮਣ। ਤੇ ਜਿਸ ਪੀਏ ਨੂੰ ਤੋੜਿਆ, ਜਿਸ ਪਾਰਟੀ ਨੂੰ, ਪਾਰਟੀ ਤੁਹਾਡੀ ਕੀ ਲੱਗੀ? ਧਰਮ ਮਾਨ ਨਾਲ ਹੱਥ ਖੜੇ ਕਰਨੇ ਆ, ਧਰਮ ਮਾਨ ਨਾਲ, ਹਾਜ਼ਰ ਨਾਲ ਨਾਜ਼ਰ ਜਾਣ ਕੇ, ਚਾਹੇ ਬੱਚਿਆਂ ਨੂੰ ਹਾਜ਼ਰ ਨਾਜ਼ਰ ਮੰਨ ਲਓ, ਚਾਹੇ ਧਰਮ ਪਤਨੀ ਨੂੰ ਹਾਜ਼ਰ ਮੰਨ ਲਓ, ਚਾਹੇ ਮਾਂ ਪਿਓ ਨੂੰ ਮੰਨ ਲਓ, ਚਾਹੇ ਬਾਬਾ ਸਾਹਿਬ ਨੂੰ ਮੰਨ ਲਓ। ਕਿੰਨੇ ਬੰਦੇ ਤੁਹਾਡੇ ਵਿੱਚ ਅੱਜ, ਮੇਰੇ ਸੀਨੀਅਰ, ਮੇਰੇ ਵੱਡੇ ਤੁਹਾਡੇ ਇਹ ਬੈਠੇ ਨੇ ਪੰਡਾਲ ਵਿੱਚ, ਜਿਹੜੇ ਅੱਜ ਵੀ ਕਾਂਗਰਸ ਨੂੰ ਸਪੋਰਟ ਕਰਦੇ ਆ। ਜਿਹੜੇ ਨਹੀਂ ਕਰਦੇ ਉਹ ਹੱਥ ਖੜਾ ਕਰਿਓ। ਜਿਹੜੇ ਧਰਮ ਮਾਨ ਨਾ ਕਰਦੇ ਆ, ਧਰਮ ਮਾਨ ਨਾ, ਬੇਈਮਾਨੀ ਨਾ ਕਰਿਓ। ਠੀਕ ਹੈ, ਥੈਂਕ ਯੂ। ਜੇ ਆਪਾਂ ਸਪੋਰਟ ਕਰਦੇ ਆ ਕਾਂਗਰਸ ਪਾਰਟੀ ਨੂੰ, ਇਹਦਾ ਮਤਲਬ ਸਾਡੇ ਵਿੱਚ ਅਵੇਅਰਨੈਸ ਦੀ ਕਮੀ ਆ। ਅਵੇਅਰਨੈਸ ਫਾਰਮ ਦੇ ਅੱਗੇ ਬਹੁਤ ਵੱਡਾ ਕੰਮ ਕਰਨ ਨੂੰ ਬਾਕੀ ਹੈ। ਕਾਂਸ਼ੀ ਰਾਮ ਸਾਹਿਬ ਕਹਿੰਦਾ ਮੈਂ ਬਣਾਇਆ ਬਹੁਜਨ ਸਮਾਜ, ਮੈਂ ਬਣਾਇਆ। ਦੁਸ਼ਮਣ ਪਾਰਟੀਆਂ ਨੇ ਕਿਹਾ ਕਾਂਸ਼ੀ ਰਾਮ ਚਮਾਰ ਹੈ ਤੇ ਚਮਾਰਾਂ ਦੀ ਪਾਰਟੀ ਹੈ। ਅੰਬੇਡਕਰ ਸਾਹਿਬ ਨੇ ਮੂਵਮੈਂਟ ਸ਼ੁਰੂ ਕੀਤੀ, ਪਾਰਟੀ ਦਾ ਨਾਮ ਰੱਖਿਆ ਸ਼ਡਿਊਲ ਕਾਸਟ ਫੈਡਰੇਸ਼ਨ 1942 ਦੇ ਵਿੱਚ। ਬਾਬਾ ਸਾਹਿਬ ਅੰਬੇਡਕਰ ਨੇ 1936 ਦੇ ਵਿੱਚ, ਕਿਉਂਕਿ ਭਾਰਤ ਦਾ ਪਹਿਲਾ ਇਲੈਕਸ਼ਨ 1937 ਦੇ ਵਿੱਚ ਹੋਇਆ, 1937 ਚ ਭਾਰਤ ਦਾ। ਤੇ ਬਾਬਾ ਸਾਹਿਬ ਨੇ ਇਲੈਕਸ਼ਨਾਂ ਤੋਂ ਪਹਿਲਾਂ ਪਾਰਟੀ ਬਣਾਈ ਸੀ ਇੰਡੀਪੈਂਡੈਂਟ ਲੇਬਰ ਪਾਰਟੀ, ਆਜ਼ਾਦ ਮਜ਼ਦੂਰ ਦਲ। ਤੇ ਕਾਂਗਰਸ ਨੇ ਬਾਬਾ ਸਾਹਿਬ ਤੇ ਇਲਜ਼ਾਮ ਲਾਇਆ ਕਿ ਇਹ ਮਹਾਰਾਂ ਦੀ ਪਾਰਟੀ, ਮਹਾਰਾਂ ਦੀ, ਜੋ ਬਾਬਾ ਸਾਹਿਬ ਦੀ ਕਾਸਟ। ਬਾਬਾ ਸਾਹਿਬ ਅੰਬੇਡਕਰ ਨੇ 1956 ਦੇ ਵਿੱਚ ਪਾਰਟੀ ਡਰਾਫਟ ਕੀਤੀ, ਰਿਪਬਲਿਕਨ ਪਾਰਟੀ ਆਫ ਇੰਡੀਆ। ਉਹ ਨੀਲਾ ਝੰਡਾ ਔਰ ਹਾਥੀ ਚੋਣ ਨਿਸ਼ਾਨ ਲੈ ਕੇ ਮੈਦਾਨ ਵਿੱਚ ਆਈ। ਕਾਂਗਰਸ ਔਰ ਬਾਕੀਆਂ ਪਾਰਟੀਆਂ ਨੇ ਇਲਜ਼ਾਮ ਲਾਇਆ ਕਿ ਬਾਬਾ ਸਾਹਿਬ ਦੀ ਬਣਾਈ ਹੋਈ ਪਾਰਟੀ ਮਹਾਰਾਂ ਦੀ ਪਾਰਟੀ। ਬਾਬਾ ਸਾਹਿਬ ਨੇ ਕੀ ਬਣਾਇਆ ਸੀ? ਰਿਪਬਲਿਕਨ ਪਾਰਟੀ ਆਫ ਇੰਡੀਆ। ਮਹਾਰ ਪਾਰਟੀ ਆਫ ਇੰਡੀਆ ਤਾਂ ਨਹੀਂ ਨਾ ਬਣਾਈ ਸੀ, ਮਹਾਰ ਲੇਬਰ ਪਾਰਟੀ ਥੋੜੇ ਬਣਾਈ ਸੀ। ਤੇ ਕਾਂਸ਼ੀ ਰਾਮ ਨੇ ਕੀ ਬਣਾਇਆ? ਦੁਸ਼ਮਣ ਨੇ ਚਾਲ ਖੇਡੀ ਕਿ ਇਹ ਚਮਾਰਾਂ ਦਾ ਅੰਦੋਲਨ ਹੈ, ਇਹ ਚਮਾਰਾਂ ਦੀ ਪਾਰਟੀ ਆ। ਪੂਰੇ ਭਾਰਤ ਵਿੱਚ ਏਦਾਂ ਦੀ ਗੱਲ ਫੈਲਾਈ। ਤੇ ਘੱਟੋ ਘੱਟ ਜਿਹੜੇ, ਮੇਰਾ ਦਾਦਾ ਸਿਰੇ ਦਾ ਕਾਂਗਰਸੀ ਸੀ, ਉਸ ਵੇਲੇ ਦਾਦੇ ਸਾਰਿਆਂ ਦੇ ਕਾਂਗਰਸੀ ਸੀ, ਤੇ ਮੇਰਾ ਦਾਦਾ ਵੀ ਕਾਂਗਰਸੀ ਸੀ। ਤੇ ਮੇਰਾ ਦਾਦਾ ਕਹਿੰਦਾ, ਜਦੋਂ ਸਾਡੇ ਵਾਲੇ ਕਹਿੰਦੇ ਹੁੰਦੇ ਸੀ ਬਈ ਹਾਥੀਆਂ ਦੀ ਮੀਟਿੰਗਾਂ ਨਹੀਂ ਕਰਾਉਣੀਆਂ, ਚਮਾਰਾਂ ਦੀ ਪਾਰਟੀ ਹੈ, ਕਹਿੰਦਾ ਮੈਂ ਕਹਿੰਦਾ ਹੁੰਦਾ ਸੀ ਮੈਂ ਤਾਂ ਤੁਹਾਡੇ ਨਾਲ ਆ ਸਰਦਾਰ ਜੀ। ਤੇ ਕਹਿੰਦਾ ਜਦੋਂ ਉਹਨੇ 2-3 ਵਾਰੀ ਕਿਹਾ ਤਾਂ ਕਹਿੰਦਾ ਧਨੂਰਾ ਚਮਾਰ ਨੇ ਅਣਖ ਖਾਧੀ। ਮੇਰੇ ਦਾਦੇ ਦਾ ਨਾਮ ਧਨੂਰਾ, ਕਹਿੰਦਾ ਧਨੂਰਾ ਚਮਾਰ ਨੇ ਅਣਖ ਖਾਧੀ, ਜਿਹੜਾ ਸਿਰੇ ਦਾ ਕਾਂਗਰਸੀ ਸੀ। ਤੇ ਮੀਟਿੰਗਾਂ ਆ ਮਰਨ ਤੱਕ ਉਹ ਕਰਾਉਂਦਾ ਰਿਹਾ। ਤੇ ਸਮਾਜ ਵਿੱਚ ਇਹ ਗੱਲਾਂ ਲੈ ਕੇ ਜਾਣੀਆਂ ਸੀ। ਜਿਹੜੇ ਹਲੇ ਤੱਕ ਕਾਂਗਰਸ ਪਾਰਟੀ ਦੇ ਦਿੱਤੇ ਹੋਏ ਚਮਚਾ ਯੁੱਗ ਨਾਲ ਜੁੜੇ ਹੋ ਆ, ਆਪਾਂ ਉਹਨਾਂ ਵੀਰਾਂ, ਭੈਣਾਂ, ਭਰਾਵਾਂ, ਬਜ਼ੁਰਗਾਂ ਕੋਲ ਜਾ ਕੇ ਇਸ ਗੱਲ ਨੂੰ, ਇਸ ਕਮੀ ਨੂੰ ਆਪਾਂ, ਜੇ ਕਾਂਸ਼ੀ ਰਾਮ ਸਾਹਿਬ ਦਾ ਜਨਮ ਦਿਨ ਮਨਾਉਣਾ, ਨਹੀਂ ਤਾਂ ਬਾਬੂ ਜਗਜੀਵਨ ਰਾਮ ਦਾ ਵੀ ਮਨਾਇਆ ਜਾ ਸਕਦਾ, ਨਹੀਂ ਤਾਂ ਉਹਦਾ ਵੀ ਮਨਾਇਆ। ਜੇ ਇਹਦਾ ਬਣਾਉਣਾ ਤਾਂ ਸਾਨੂੰ ਇਹ ਕਮੀ ਸਮਾਜ ਵਿੱਚ ਇਹ ਦੂਰ ਕਰਨੀ ਪਏਗੀ। ਦੂਜੀ ਕਮੀ ਕਿਆ ਦੂਰ ਕਰਨੀ ਪਏਗੀ ਕਿ ਕਾਂਸ਼ੀ ਰਾਮ ਸਾਹਿਬ ਕਹਿੰਦਾ ਮੇਰਾ ਅੰਦੋਲਨ ਬਹੁਜਨ ਸਮਾਜ ਦਾ ਅੰਦੋਲਨ। ਬਾਬਾ ਸਾਹਿਬ ਅੰਬੇਡਕਰ ਲਾਅ ਮਿਨਿਸਟਰ ਸੀ, ਮੇ ਵੀ 1948 ਦੀ ਗੱਲ ਹੈ। ਲਾਅ ਮਿਨਿਸਟਰ ਸੀ। ਲਖਨਊ ਇੱਕ ਸੰਮੇਲਨ ਤੇ
ਉੱਥੋਂ ਦਾ ਜਿਹੜਾ ਮੁੱਖ ਮੰਤਰੀ ਕੇਸੀ ਪੰਤ ਹੈ ਬੁਲਾਉਂਦਾ, ਤੇ ਕੇਸੀ ਪੰਤ ਚੇਅਰ ਤੇ ਬੈਠਾ, ਬਾਬਾ ਸਾਹਿਬ ਭਾਸ਼ਣ ਦੇਣ ਲਈ ਖੜੇ ਹੋਏ ਆ। ਬਾਬਾ ਸਾਹਿਬ ਕਹਿੰਦੇ ਆ ਕਿ ਜੇ ਤੁਸੀਂ ਦਲਿਤ ਔਰ ਪਛੜੇ ਇਕੱਠੇ ਹੋ ਜਾਓ, ਕਿਉਂਕਿ ਜਿਹੜਾ ਸੰਮੇਲਨ ਸੀ ਦਲਿਤ ਔਰ ਪਛੜਿਆਂ ਦਾ ਸੀ, ਕਿ ਜੇ ਤੁਸੀਂ ਦਲਿਤ ਔਰ ਪਛੜੇ ਇਕੱਠੇ ਹੋ ਜਾਓ, ਆ ਜਿਹੜਾ ਬਾਹਮਣ ਮੁੱਖ ਮੰਤਰੀ ਕੁਰਸੀ ਤੇ ਬੈਠਾ ਤੁਹਾਡੇ ਬੂਟਾਂ ਦੇ ਤਸਮੇ ਖੋਲਣ ਵਿੱਚ ਆਨੰਦ ਮਹਿਸੂਸ ਕਰੂਗਾ। ਕੌਣ ਕਹਿੰਦਾ? ਤੁਸੀਂ ਚਾਹੁੰਦੇ ਨਹੀਂ ਹੋ ਕਿ ਬ੍ਰਾਹਮਣ ਆਨੰਦ ਮਹਿਸੂਸ ਕਰੇ? ਕਾਸ਼ੀ ਰਾਮ ਸਾਹਿਬ ਕਹਿੰਦਾ ਮੈਂ ਤਹਈਆ ਕੀਤਾ ਕਿ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਬ੍ਰਾਹਮਣ ਸਮਾਜ ਨੂੰ ਆਨੰਦ ਮਹਿਸੂਸ ਕਰਾਓ, ਤੇ ਮੈਂ ਜ਼ਰੂਰ ਕਰਾਵਾਂਗਾ ਆਪਣੇ ਜੀਦੇ, ਤੇ ਯੂਪੀ ਉਹਨੇ ਕਰਾ ਕੇ ਦਿਖਾ ਲਿਆ। ਤੁਸੀਂ ਨਹੀਂ ਚਾਹੁੰਦੇ ਪੰਜਾਬ ਵਿੱਚ ਕਰੇ ਕੋਈ ਆਨੰਦ ਮਹਿਸੂਸ, ਕਿ ਸਾਰਾ ਆਨੰਦ ਤੁਸੀਂ ਹੀ ਲੈਣਾ? ਇਸ ਯੁੱਗ ਵਿੱਚ ਪੈਦਾ ਹੋ ਕੇ ਗੋਡੇ ਗਿੱਟੇ ਹੱਥ ਲਾ ਕੇ ਬਾਪੂ ਜੀ ਚਾਚਾ ਜੀ ਤਾਇਆ ਜੀ ਕਹਿ ਕੇ ਅਸੀਂ ਆਪਣੇ ਬੱਚਿਆਂ ਨੂੰ ਕਿਆ ਦੇ ਕੇ ਜਾਣਾ ਚਾਹੁੰਦੇ ਹਾਂ? ਬਾਬਾ ਸਾਹਿਬ ਕਹਿੰਦੇ ਜਾਓ ਆਪਣੀ ਕੰਧ ਤੇ ਲਿਖ ਲਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣ। ਕੰਧ ਤੇ ਕਿਉਂ ਕਿਹਾ ਲਿਖਣ ਨੂੰ? ਉਸ ਵੇਲੇ ਤਾਂ ਕੰਧਾਂ ਵੀ ਨਹੀਂ ਸੀਗੀਆਂ, ਉਸ ਵੇਲੇ ਤਾਂ ਕੱਚੀਆਂ ਪਿੱਤਾਂ ਦੇ ਮਕਾਨ ਸੀ, ਕੱਚੀਆਂ ਪਿੱਤਾਂ ਦੇ ਮਕਾਨ ਸੀ, ਤੇ ਕਰਦਾ ਵੀ ਨਹੀਂ ਸੀ ਹੁੰਦੀਆਂ ਵੀ ਕਰਦ ਨਾਲ ਖੁੱਚ ਕੇ ਲਿਖ ਦਿੱਤਾ ਜਾਵੇ। ਉਹ ਪੈਣ ਨਾਲ ਰੱਖਣ ਵਾਲੀਆਂ ਦਾਤੀਆਂ ਸੀ ਜਿਨ੍ਹਾਂ ਦਾ ਸਾਗ ਚੀਰੀਦਾ ਸੀ। ਬਾਬਾ ਸਾਹਿਬ ਕਹਿੰਦੇ ਜਦੋਂ ਤੁਸੀਂ ਅੰਦਰ ਵੜੋ ਘਰ ਦੇ, ਬਾਹਰ ਨਿਕਲੋ ਘਰ ਤੋਂ, ਫਿਰ ਘਰ ਆਓ, ਕੰਧ ਤੇ ਲਿਖਿਆ ਤੁਹਾਡੀ ਹਿੱਕ ਵਿੱਚ ਵੱਜੇ, ਤੁਹਾਡੇ ਦਿਮਾਗ ਵਿੱਚ ਗੁਰੂਆਂ ਦਾ ਦਿੱਤਾ ਹੋਇਆ ਆਦੇਸ਼ ਪ੍ਰਜਵਲਿਤ ਹੋਵੇ, ਇਨਲਾਈਟਨਿੰਗ ਹੋਵੇ, ਔਰ ਤੁਸੀਂ ਕਹੋ, ਤੁਸੀਂ ਸੋਚੋ, ਤੁਸੀਂ ਕਹੋ ਕਿ ਹੇ ਬਾਬਾ ਸਾਹਿਬ ਤੇਰੇ ਕੌਮ ਨੂੰ ਹੁਕਮਰਾਨ ਬਣਾਉਣ ਲਈ ਅੱਜ ਮੈਂ ਕੱਖ ਨਹੀਂ ਕੀਤਾ, ਤੇ ਤੁਹਾਡੇ ਮਨ ਵਿੱਚ ਉਹ ਗੱਲ ਬਾਰ-ਬਾਰ ਵੱਜੇ, ਅੱਜ ਮੈਂ ਕੌਮ ਨੂੰ ਤਖਤੇ ਤੇ ਬਿਠਾਉਣ ਦੇ ਲਈ ਕੱਖ ਨਹੀਂ ਕੀਤਾ। ਤਖਤੇ ਤੇ ਨਹੀਂ, ਤਖਤ ਤੇ, ਤਖਤ ਤੇ ਬਿਠਾਉਣ ਲਈ। ਪਰ ਕਾਸ਼ੀ ਰਾਮ ਸਾਹਿਬ ਕਹਿੰਦੇ ਕਿ ਮੈਂ ਯੂਪੀ ਵਿੱਚ ਕਰਕੇ ਦਿਖਾ ਲਿਆ। ਜਿਹੜੇ ਬਾਮਸੇਫ ਵਾਲੇ ਮੈਨੂੰ ਇਹ ਕਹਿੰਦੇ ਸੀ ਦਿਮਾਗ ਅਸੀਂ, ਪੈਸਾ ਅਸੀਂ, ਸਮਾਂ ਅਸੀਂ, ਅੱਜ ਉਹ ਲਾਲਟੈਨ ਲਾ ਕੇ ਦੇਖੀਏ ਨਾ ਤਾਂ ਲੱਭਦੇ ਆ। ਅੱਛਾ ਤੂੰ, ਅੱਛਾ ਠੀਕ ਹੈ, ਬੈਠੇ ਲੱਗੇ ਰਹੋ। ਫਿਰ ਦੂਜੇ ਪਾਸੇ ਲਾਈਟ ਮਾਰੋ ਤੇ ਉਹ 5-7 ਲੈ ਕੇ ਬੈਠਾ ਹੁੰਦਾ। ਅੱਛਾ ਤੁਸੀਂ ਹੈਗੇ? ਹਾਂਜੀ ਹਾਂਜੀ ਲੱਗੇ ਹੋ ਅਸੀਂ 1985 ਦੇ। ਤੇ ਪ੍ਰਾਪਤੀ ਕੋਈ ਨਹੀਂ। ਕਾਂਸ਼ੀ ਰਾਮ ਨੇ ਕੀ ਕੀਤਾ? 33 ਲੱਖ ਕਿੱਲਾ, 3 ਕਿੱਲੇ ਘਰ ਭਰਤੀ ਵੰਡ ਕੇ ਦਿਖਾਏ ਆ। ਬੈਕਲੌਗ ਪੂਰਾ ਕਰਕੇ ਦਿਖਾ ਲਿਆ ਆਪਣੇ ਜੀਂਦੇ ਜੀ। ਸਾਡੀਆਂ ਪੰਜਾਬੀਆਂ ਦੀਆਂ ਡਿਮਾਂਡਾਂ ਅੱਜ ਵੀ ਸਟਿਲ ਖੜੀਆਂ। ਉਹਦਾ ਕਾਰਨ ਕੀ ਆਇਆ ਕਿ ਅਸੀਂ ਅਵੇਅਰਨੈਸ ਨਹੀਂ ਫੈਲਾ ਪਾਏ? ਨੰਬਰ 1। ਨੰਬਰ 2, ਅਸੀਂ ਕਾਸ਼ੀ ਰਾਮ ਦੇ ਅੰਦੋਲਨ ਨੂੰ ਚਮਾਰ ਅੰਦੋਲਨ ਬਣਾ ਕੇ ਰੱਖਤਾ। ਦੁਸ਼ਮਣ ਕਈ ਕਹਿੰਦਾ ਆ ਇਹ ਚਮਾਰਾ ਮਜਬੀਆਂ ਦੀ ਪਾਰਟੀ ਆ, ਇਹ ਚਮਾਰਾ ਜੂੜਿਆਂ ਦੀ ਪਾਰਟੀ ਆ, ਇਹ ਰਵਦਾਸੀਆਂ ਵਾਲਮੀਕੀਆਂ ਦੀ ਪਾਰਟੀ ਆ। ਕਾਸ਼ੀ ਰਾਮ ਕਹਿੰਦਾ ਮੈਂ ਇਹ ਅੰਦੋਲਨ ਦੋ ਬਰਾਦਰੀਆਂ ਦਾ ਨਹੀਂ ਬਣਾਇਆ। ਮੇਰਾ ਅੰਦੋਲਨ ਬਹੁਜਨ ਦਾ ਅੰਦੋਲਨ ਹੈ। ਮੇਰਾ ਅੰਦੋਲਨ ਸ਼ੂਦਰ ਔਰ ਅਤੀ ਸ਼ੂਦਰ ਦਾ ਆ। ਮੇਰਾ ਅੰਦੋਲਨ SC ST OBC ਮਿਨੋਰਟੀ ਕਮਿਊਨਿਟੀ ਦਾ ਘੱਟੋ ਘੱਟ ਇੰਨਾ, ਘੱਟੋ ਘੱਟ। ਤੇ ਮਾਇਆਵਤੀ ਨੇ ਤਾਂ 1.5% ਤੇ ਵੀ ਟੈਗ ਕੀਤਾ ਆ। ਜਿੱਦਾਂ ਤੁਹਾਡੇ ਵਾਲੇ ਵੀ ਉੱਧਰ ਜਾਂਦੇ ਯਾਰ ਵੋਟਾਂ ਪਾਉਣ, ਤੇ ਮਾਇਆਵਤੀ ਕਹਿੰਦੀ ਇਹਨਾਂ ਚੋਂ ਵੀ ਤਾਂ ਆਏ ਸਕਦੇ ਸਾਡੇ ਵੱਲ ਕੋਈ ਵੋਟਾਂ ਪਾਉਣ। ਮੈਂ ਤੁਹਾਨੂੰ ਕਿਸੇ ਪਾਰਟੀ ਦੀ ਸਪੋਰਟ ਕਰਨ ਕਹਿਣ ਨਹੀਂ ਆਇਆ। ਨੰਬਰ 1, ਮੈਂ ਤੁਹਾਨੂੰ ਇਹ ਕਹਿਣ ਨਹੀਂ ਆਇਆ ਕਿ ਤੁਸੀਂ ਕਿਸੇ ਵਿਸ਼ੇਸ਼ ਪਾਰਟੀ ਦਾ ਸਮਰਥਨ ਕਰੋ। ਮੈਂ ਨਹੀਂ ਕਹਿਣਾ ਆਇਆ, ਪਰ ਮੈਂ ਤੁਹਾਨੂੰ ਇਹ ਕਹਿਣ ਜ਼ਰੂਰ ਆਇਆ ਕਿ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਅਧੂਰੇ ਰਹਿੰਦੇ ਕੰਮ ਹੈ, ਜਿਨ੍ਹਾਂ ਕੰਮਾਂ ਦਾ ਝੰਡਾ ਬਾਬਾ ਸਾਹਿਬ ਅੰਬੇਡਕਰ ਦਿਆਂ ਦਾ ਕਾਸ਼ੀ ਰਾਮ ਸਾਹਿਬ ਨੇ ਬੁਲੰਦ ਕੀਤਾ, ਉਹ ਝੰਡਾ ਅੱਜ ਵੀ ਤੁਹਾਡੀਆਂ ਮੁੱਠੀਆਂ ਨੂੰ ਉਡੀਕਦਾ, ਉਹ ਅੱਜ ਵੀ ਤੁਹਾਡੇ ਘਰਾਂ ਦੀ ਜਵਾਨੀ ਨੂੰ ਉਡੀਕਦਾ। ਜਿੱਦਾਂ ਤੁਸੀਂ ਆਪਣੇ ਜੀਵਨ ਦਾ ਅਹਿਮ ਸਮਾਂ ਲਾਇਆ, ਤੁਹਾਡੀਆਂ ਆਉਣੇ ਵਾਲੇ ਪੁੱਤਰ ਔਰ ਪੁੱਤਰੀਆਂ ਉਸ ਕੰਮ ਦੇ ਵਿੱਚ ਯੋਗਦਾਨ ਦੇਣ। ਤੁਹਾਡੇ ਪੁੱਤਰ ਔਰ ਪੁੱਤਰੀਆਂ ਉਸ ਕੰਮ ਵਿੱਚ ਤਾਂ ਹੀ ਆ ਸਕਦੇ ਆ ਜੇ ਸੋਸ਼ਲ ਅਵੇਅਰਨੈਸ ਫੋਰਮ ਆਪਣਾ ਕੰਮ ਪੂਰਾ ਕਰੇ, ਜੇ ਪੜ੍ਹਿਆ ਲਿਖਿਆ ਵਰਗ ਆਪਣਾ ਕੰਮ ਪੂਰਾ ਕਰੇ। ਉਹ ਕੰਮ ਕੀ ਆ? ਉਹ ਕੰਮ ਜਾਗਰਤੀ ਫੈਲਾਉਣ ਦਾ ਆ।
ਉਹ ਕੰਮ ਇਸ ਭਾਰਤ ਪੰਜਾਬ ਦੀ ਧਰਤੀ ਦੇ ਬਹੁਜਨ ਸਮਾਜ ਬਣਾਉਣ। ਜਦੋਂ ਵੀ ਤੁਸੀਂ ਕੇਡਰ ਰੱਖੋ, ਮੈਂ ਮਾਸਟਰ ਪਰਮਜੀਤ ਜੀ ਨੂੰ ਕਿਹਾ ਸੀ ਵੀ ਮੈਨੂੰ ਭਾਸ਼ਣ ਦੇਣ ਨਾ ਬੁਲਾਇਓ, ਮੇਰੇ ਮੂਹਰੇ 2 ਬਲੈਕ ਬੋਰਡ ਲਾਇਓ ਤੇ ਭਾਰਤ ਦੇ ਸਮਾਜ ਦੀ ਹਰ ਬਰਾਦਰੀ ਜਿੰਨਿਆਂ ਨੂੰ ਤੁਸੀਂ ਪਹੁੰਚ ਸਕਦੇ ਆ ਉਸ ਪ੍ਰੋਗਰਾਮ 'ਚ ਬੁਲਾਇਓ। ਮੈਂ ਹਰ ਬਰਾਦਰੀ ਨੂੰ ਦੱਸਣਾ ਚਾਹੁੰਦਾ ਕਿ ਕਾਂਸ਼ੀ ਰਾਮ ਦੇ ਕੰਮ ਕਿਹਾ ਸੀ, ਔਰ ਮੈਨੂੰ ਘੱਟੋ ਘੱਟ 4-5 ਘੰਟੇ ਲਗਾਤਾਰ ਦਿਓ। ਪਰ ਤੁਸੀਂ ਮੀਟਿੰਗ ਰੱਖੀ ਆ, ਮੈਂ ਆਇਆ, ਮੈਨੂੰ ਘੰਟੇ ਦਾ ਸਮਾਂ ਤੁਸੀਂ ਦਿੱਤਾ ਸੀ, ਮੈਨੂੰ ਲੱਗਦਾ ਇਹ ਸਮਾਂ ਮੇਰਾ ਪੂਰਾ ਹੋ ਗਿਆ ਔਰ ਮੈਂ ਇਸ ਆਸ ਔਰ ਉਮੀਦ ਦੇ ਨਾਲ ਤੁਹਾਡੇ ਤੋਂ ਖਿਮਾ ਦਾ ਜਾਚਕ ਹੈ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਫਗਵਾੜੇ ਦੀ ਧਰਤੀ ਦੇ ਉੱਤੇ ਵੱਡੇ ਵੱਡੇ ਕੇਡਰ ਕੈਂਪ ਨਿਕਲਣ, ਪੜ੍ਹੇ ਲਿਖੇ ਲੋਕ ਆਉਣ, ਪੜ੍ਹੇ ਲਿਖੇ ਸਟੂਡੈਂਟ ਆਉਣ, ਪੜ੍ਹੇ ਲਿਖੇ ਆਉਣ ਜਿਹੜੇ ਗੱਲ ਸਮਝ ਸਕਦੇ ਹੋਣ ਔਰ ਸਮਝਾ ਸਕਦੇ ਹੋਣ, ਜਿਹੜੇ ਤੁਹਾਡੇ ਮੰਗੇ ਤੇ 200 500 1000 ਰੁਪਈਆ ਦੇ ਸਕਦੇ ਹੋਣ, ਜਿਹੜਾ ਤੁਹਾਡੇ ਸੱਦੇ ਤੇ ਸਮਾਂ ਦੇ ਸਕਦੇ ਹੋਣ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਇਸ ਆਸ ਦੇ ਨਾਲ ਖੇਮਾ ਦਾ ਜਾਚਕ ਹੈ ਕਿ ਜਿਹੜਾ ਸਮਾਨ ਮੈਂ ਤੁਹਾਡੇ ਲਈ ਲਿਆਂਦਾ ਸੀ ਮੈਂ ਖੋਲ ਨਹੀਂ ਪਾਇਆ, ਤੇ ਮੈਂ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਮੌਕਾ ਦੋਗੇ ਇਹਨੂੰ ਮੈਂ ਜ਼ਰੂਰ ਖੋਲਾਂਗਾ। ਗੱਜ ਕੇ ਬੁਲਾਉਣੀ ਹੈ ਫਤਿਹ। ਜੈ ਭੀਮ, ਜੈ ਭਾਰਤ।